ਧਰਮ ਦੀ ਗੱਲ ਕਰਾਂਗੇ ਤਾਂ ਉਹ ਧਰਮ ਸਾਨੂੰ ਦੋ ਮਾਰਗ ਦਿਖਾਊਗਾ। ਇੱਕ ਮਾਰਗ ਉਹ ਜਿਹੜਾ ਅਵੇਲੇਬਲ ਹੈ, ਦੂਸਰਾ ਮਾਰਗ ਉਹ ਜੋ ਸਾਡੇ ਗੁਰੂ ਨੇ ਸਾਡੇ ਲਈ ਨਿਰਧਾਰਿਤ ਕੀਤਾ ਹੈ ਔਰ ਉਹ ਸਾਡਾ ਧਰਮ ਹੈ। ਅਸੀਂ ਸਾਡੇ ਤੇ ਡਿਪੈਂਡ ਕਰਦਾ ਕਿ ਅਸੀਂ ਦੋਵਾਂ ਦੇ ਵਿੱਚੋਂ ਕਿਹੜਾ ਚੂਜ਼ ਕਰਦੇ ਹਾਂ। ਜਿਹੜਾ ਅਸੀਂ ਚੂਜ਼ ਕਰਾਂਗੇ ਉਹਦੇ ਅਕੋਰਡਿੰਗ ਸਾਡੇ ਜਾਂ ਤਾਂ ਉਹ ਕਰਮ ਹੋਣਗੇ ਤੇ ਜਾਂ ਉਹ ਧਰਮ ਹੋਊਗਾ। ਜੇ ਤਾਂ ਉਹ ਧਰਮ ਆ ਤਾਂ ਫਿਰ ਅਸੀਂ ਆਪਣੇ ਗੁਰੂ ਦੇ ਕਹਿਣੇ ਦੇ ਵਿੱਚ ਆ, ਜੇ ਉਹ ਅਸੀਂ ਆਪਣੇ ਕਰਮ ਇਕੱਠੇ ਕਰ ਰਹੇ ਹਾਂ ਤਾਂ ਫਿਰ ਸਾਡੀ ਮਰਜ਼ੀ ਹੈ। ਸਪਿਰਿਚੁਅਲਿਟੀ ਦੇ ਵਿੱਚ ਜਿਹੜੀ ਆ, ਅਧਿਆਤਮ ਦੇ ਵਿੱਚ ਸਾਡੇ ਕੋਲੇ ਕੋਈ ਚੋਇਸ ਨਹੀਂ ਹੈਗੀ। ਅਸੀਂ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦੇ। ਉਹ ਉਦੋਂ ਹੋਣਾ ਆ ਜਦੋਂ ਅਸੀਂ ਇਸ ਕਾਬਲ ਹੋ ਗਏ। ਪਹਿਲਾਂ ਅਸੀਂ ਧਰਮ ਦੇ ਵਿੱਚ ਹੋਵਾਂਗੇ, ਸਾਡੀ ਬੋਡੀ, ਸਾਡਾ ਮਾਈਂਡ ਉਸ ਪਰਮਾਤਮਾ ਨੂੰ ਹਮੇਸ਼ਾ ਹਾਜ਼ਰ ਨਾਜ਼ਰ ਜਾਣ ਕੇ ਕੰਮ ਕਰਦਾ ਰਹੂਗਾ। ਉਸ ਤੋਂ ਬਾਅਦ ਜਦੋਂ ਤਿਆਰ ਹੋ ਗਿਆ, ਫਿਰ ਉਸ ਗੁਰੂ ਪਾਤਸ਼ਾਹ ਨੇ ਸਾਨੂੰ ਆਪਣੇ ਆਪ ਆਪਣੇ ਲੜ ਲਾ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਪਿਛਲੇ ਐਪੀਸੋਡ ਤੱਕ ਆਪਾਂ ਜਿਹੜੀ ਗੱਲ ਕਰ ਰਹੇ ਸੀਗੇ ਉਹ ਸੀਗੀ ਕਿ ਜਦੋਂ ਅਸੀਂ ਅਰਦਾਸ ਦੇ ਵਿੱਚ ਗੁਰੂ ਨਾਨਕ ਨਾਮ ਧਿਆਉਣ ਦੀ ਗੱਲ ਕਰਦੇ ਹਾਂ ਤਾਂ ਉਦੋਂ ਅਸੀਂ ਉਹ ਜਦੋਂ ਆਪਾਂ ਧਿਆਇਆ ਤਾਂ ਉਦੋਂ ਸਾਡੇ ਅੰਦਰ ਕੀ ਆਉਣਾ ਚਾਹੀਦਾ ਆ, ਸਾਡੇ ਭਾਵ ਕੀ ਹੋਣੇ ਚਾਹੀਦੇ ਆ, ਸਾਡੀ ਜਿਹੜੀ ਝੋਲੀ ਆ ਉਹ ਗੁਰੂ ਨਾਨਕ ਪਾਤਸ਼ਾਹ ਦੇ ਦਰ ਦੇ ਉੱਤੇ ਜਦੋਂ ਅੱਡੀ ਆ ਤਾਂ ਉਹਦੇ ਵਿੱਚ ਅਸੀਂ ਕੀ ਮੰਗਦੇ ਕੀ ਆ, ਉਹਨਾਂ ਕੋਲ ਅਸੀਂ ਕੀ ਕਹਿੰਦੇ ਆ ਕਿ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਧਿਆ ਕੇ ਸਾਡਾ ਕਿਰਦਾਰ ਜਿਹੜਾ ਉਹਦੇ 'ਚ ਕੀ ਚੇਂਜਿਸ ਆਉਣੀਆਂ ਚਾਹੀਦੀਆਂ ਜਾਂ ਸਾਨੂੰ ਕਿਹੋ ਜਿਹਾ ਹੋਣਾ ਚਾਹੀਦਾ ਆ। ਤਾਂ ਅਸੀਂ ਇਸੇ ਲਾਈਨ ਦੇ ਉੱਤੇ ਗੱਲ ਕਰਦੇ ਹੋਏ ਪਿਛਲੇ ਐਪੀਸੋਡ ਦੇ ਵਿੱਚ ਇਹ ਕੋਸ਼ਿਸ਼ ਕੀਤੀ ਸੀਗੀ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਜਦੋਂ ਅਸੀਂ ਕਹਿੰਦੇ ਹਾਂ ਗੁਰੂ ਨਾਨਕ ਲਈ ਧਿਆਏ ਤਾਂ ਸਾਨੂੰ ਉਹਨਾਂ ਦੇ ਚਾਰੇ ਜਿਹੜੇ ਪਰਸਨੈਲਿਟੀ ਦੇ ਜਿਹੜੇ ਮੁੱਖ ਕੇਂਦਰ ਹੁੰਦੇ ਆ, ਰਿਲੀਜੀਅਸ, ਪੋਲੀਟੀਕਲ, ਸਪਿਰਿਚੁਅਲ ਐਂਡ ਸੋਸ਼ਲ, ਉਹਨਾਂ ਸਾਰਿਆਂ ਦੇ ਵਿੱਚੋਂ ਹੀ ਦੇਖਣਾ ਪਊਗਾ ਔਰ ਸਾਰੀਆਂ ਹੀ ਜਿਹੜੇ ਪਾਥਸ ਨੇ, ਡਾਇਮੈਂਸ਼ਨਸ ਨੇ, ਉਹਨਾਂ ਵਿੱਚੋਂ ਸਾਨੂੰ ਕੁਛ ਨਾ ਕੁਛ ਗੁਰੂ ਪਾਤਸ਼ਾਹ ਦੇ ਕੋਲੋਂ ਆਪਣੀ ਝੋਲੀ ਅੱਡ ਕੇ ਮੰਗਣਾ ਪਊਗਾ ਕਿ ਉਹ ਹਰ ਇੱਕ ਜਿਹੜਾ ਡਾਇਮੈਂਸ਼ਨ ਦੇ ਵਿੱਚ ਗੁਰੂ ਪਾਤਸ਼ਾਹ ਸਾਨੂੰ ਜੀ ਕੇ ਕੀ ਸਿਖਾਉਂਦੇ ਨੇ ਉਹ ਸਾਨੂੰ ਸਮਝਣਾ ਪਊਗਾ, ਸਾਨੂੰ ਸਿੱਖਣਾ ਪਊਗਾ। ਪਿਛਲੇ ਐਪੀਸੋਡ ਦੇ ਵਿੱਚ ਆਪਾਂ ਗੱਲ ਸਿਰਫ ਕੀਤੀ ਸੀਗੀ ਧਰਮ ਦੀ। ਅਸੀਂ ਅੱਜ ਵੀ ਮੈਂ ਉਸੇ ਨੂੰ ਥੋੜ੍ਹਾ ਜਿਹਾ ਕੈਰੀ ਫੋਰਵਰਡ ਕਰੂੰਗੀ ਔਰ ਉਸ ਤੋਂ ਬਾਅਦ ਆਪਾਂ ਅਧਿਆਤਮ ਦੀ ਗੱਲ ਵੀ ਕਰਾਂਗੇ। ਅੱਗੇ ਟਾਈਮ ਦੇ ਉੱਤੇ ਡਿਪੈਂਡ ਕਰੂਗਾ ਕਿ ਜੇ ਆਪਣੇ ਕੋਲ ਟਾਈਮ ਬਾਕੀ ਬਚਿਆ ਤਾਂ ਅਧਿਆਤਮ ਨੂੰ ਅੱਜ ਕੰਪਲੀਟ ਆਪਾਂ ਗੱਲ ਕਰ ਲਾਂਗੇ, ਨਹੀਂ ਤਾਂ ਫਿਰ ਅਗਲੇ ਐਪੀਸੋਡ ਦੇ ਵਿੱਚ ਇਹਨੂੰ ਕੈਰੀ ਫੋਰਵਰਡ ਕਰ ਲਾਂਗੇ। ਪਰ ਇਹ ਗੱਲਾਂ ਇੰਨੀਆਂ ਇੰਪੋਰਟੈਂਟ ਹੈ ਕਿ ਇਹਨਾਂ ਨੂੰ ਮੈਂ ਰਸਤੇ ਦੇ ਵਿੱਚ ਨਹੀਂ ਛੱਡ ਸਕਦੀ ਜਾਂ ਮੈਂ ਅੱਧੀਆਂ ਅਧੂਰੀਆਂ ਇਹ ਗੱਲਾਂ ਨਹੀਂ ਕਰ ਸਕਦੀ। ਘੱਟੋ ਘੱਟ ਓਨਾ ਕੁ ਤਾਂ ਮੈਂ ਬੋਲਾਂ ਜਿੰਨਾ ਕੁ ਮੇਰੇ ਖਾਨੇ 'ਚ ਪਿਆ ਆ ਜਾਂ ਜਿੰਨਾ ਕੁ ਮੈਨੂੰ ਸਮਝ ਆਉਂਦੀ ਆ ਓਨਾ ਕੁ ਤਾਂ ਮੈਂ ਬੋਲਾਂ, ਕਿਉਂਕਿ ਪੂਰਾ ਤਾਂ ਬੋਲਣਾ ਪਿਛਲੀ ਵਾਰੀ ਵੀ ਮੈਂ ਕਿਹਾ ਸੀ, ਉਸ ਤੋਂ ਪਿਛਲੀ ਵਾਰੀ ਵੀ ਕਿਹਾ ਸੀ, ਸ਼ਾਇਦ ਜਦੋਂ ਤੱਕ ਸਾਹ ਹੈਗੇ ਉਦੋਂ ਤੱਕ ਇਹੀ ਬੋਲਦੀ ਰਹੂੰਗੀ ਕਿ ਪੂਰਾ ਬੋਲਣਾ, ਪੂਰਾ ਸਮਝ ਲੈਣਾ। ਨਾ ਤਾਂ ਇਸ ਮੱਤ ਦੀ, ਇਸ ਬੁੱਧੀ ਦੀ ਇੰਨੀ ਸ਼ਮਤਾ ਹੈ, ਨਾ ਇਸ ਜ਼ੁਬਾਨ ਦੀ ਇੰਨੀ ਸ਼ਮਤਾ ਹੈ ਅਤੇ ਨਾ ਭਾਸ਼ਾ ਦੀ ਇੰਨੀ ਸ਼ਮਤਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਅੱਖਰਾਂ ਦੇ ਵਿੱਚ ਸਮਾਇਆ ਜਾ ਸਕੇ, ਇਹ ਦੇਖਿਆ ਜਾ ਸਕੇ ਕਿ ਗੁਰੂ ਨਾਨਕ ਪਾਤਸ਼ਾਹ ਕੌਣ ਨੇ, ਕੀ ਨੇ। ਤਾਂ ਸ਼ਾਇਦ ਇਸੇ ਲਈ ਜਿਹੜੇ ਭਾਈ ਗੁਰਦਾਸ ਜੀ ਹੈਗੇ ਆ ਕਿ ਉਹਨਾਂ ਨੂੰ ਆਪ ਨਾਰਾਇਣ ਕਲਾਧਾਰ ਕਹਿ ਦਿੰਦੇ ਆ ਕਿ ਕਿਉਂਕਿ ਇਸ ਤੋਂ ਵੱਡੀ ਹੋਰ ਕੋਈ ਐਗਜ਼ਾਮਪਲ ਜਾਂ ਇਸ ਤੋਂ ਵੱਡੀ ਹੋਰ ਕੋਈ ਜਿਹੜੀ ਆ ਨਾ ਉਹ ਐਪੀਟਮ ਨਹੀਂ ਹੋ ਸਕਦਾ ਟੂ ਐਗਜ਼ਾਮਪਲੀਫਾਈ ਕਿ ਗੁਰੂ ਨਾਨਕ ਕੌਣ ਨੇ। ਤਾਂ ਇਸ ਕਰਕੇ ਜਦੋਂ ਆਪਾਂ ਪਿਛਲੀ ਵਾਰੀ ਗੱਲ ਸ਼ੁਰੂ ਕੀਤੀ ਸੀਗੀ ਅਤੇ ਇੱਕ ਡਾਇਮੈਂਸ਼ਨ ਦੀ ਗੱਲ ਸ਼ੁਰੂ ਕੀਤੀ ਸੀ, ਉਹ ਸੀ ਧਰਮ ਦੀ, ਕਿ ਗੁਰੂ ਨਾਨਕ ਪਾਤਸ਼ਾਹ ਧਰਮ ਦੇ ਵਿੱਚ ਸਾਨੂੰ ਕੀ ਸਿਖਾਉਂਦੇ ਆ। ਤਾਂ ਹੁਣ ਗੁਰੂ ਨਾਨਕ ਨੂੰ ਚੇਤੇ ਕਰਦਿਆਂ ਅਸਲ 'ਚ ਅਸੀਂ ਮੰਗਣਾ ਕੀ ਹੈ, ਉਹ ਧਰਮ ਕੀ ਹੈ। ਧਰਮ ਸਿਰਫ ਇੱਕ ਧਰਮ ਦੇ ਪੱਖ ਦੇ ਵਿੱਚੋਂ ਆਪਾਂ ਦੇਖੀਏ ਤਾਂ ਧਰਮ ਹੈ ਕੀ। ਆਪਾਂ ਇਸ ਸਿੱਟੇ 'ਤੇ ਪਹੁੰਚੇ ਸੀਗੇ ਕਿ ਜਿਹੜੇ ਵੀ ਕਰਮ ਅਸੀਂ ਕਰਦੇ ਹਾਂ ਆਪਣੇ ਗੁਰੂ ਨੂੰ, ਆਪਣੇ ਰਹਿਬਰ ਨੂੰ, ਆਪਣੇ ਪੈਗੰਬਰ ਨੂੰ, ਆਪਣੇ ਇਸ਼ਟ ਨੂੰ ਆਪਣੇ ਖਿਆਲ ਦੇ ਵਿੱਚ ਰੱਖਦੇ ਹੋਏ ਜਿਹੜੇ ਕਰਮ ਅਸੀਂ ਇਹ ਸਭ ਆਪਣੇ ਜਾਂ ਜਿਸ ਵੀ ਨਾਮ ਦੇ ਨਾਲ ਕੋਈ ਇਹਨਾਂ ਨੂੰ ਜਾਣਦਾ ਉਸ ਆਪਣੇ ਰਹਿਬਰ ਨੂੰ ਆਪਣੇ ਮਨ ਦੇ ਵਿੱਚ ਰੱਖਦੇ ਹੋਏ, ਹਾਜ਼ਰ ਨਾਜ਼ਰ ਜਾਣਦੇ ਹੋਏ ਜਿਹੜੇ ਕਰਮ ਅਸੀਂ ਕਰਦੇ ਹਾਂ ਉਹ ਧਰਮ ਬਣ ਜਾਂਦੇ ਨੇ। ਸੋ ਇਹ ਕਹਿ ਸਕਦੇ ਹਾਂ ਕਿ ਨਿਯਮਬੰਧ ਜਿਹੜੇ ਆ, ਨਿਯਮਬੱਧ ਕਰਮ ਉਹੀ ਧਰਮ ਹੁੰਦੇ ਨੇ। ਕਿਉਂਕਿ ਜਦੋਂ ਅਸੀਂ ਆਪਣੇ ਇਸ਼ਟ ਨੂੰ ਧਿਆ ਕੇ ਜਾਂ ਹਮੇਸ਼ਾ ਸਾਨੂੰ ਲੱਗਦਾ ਕਿ ਮੇਰਾ ਇਸ਼ਟ, ਮੇਰਾ ਜਿਹੜਾ ਸਤਿਗੁਰੂ ਹੈ ਉਹ ਮੇਰੇ ਨਾਲ ਚੱਲ ਰਿਹਾ ਅਤੇ ਜੋ ਮੈਂ ਕਰ ਰਿਹਾ ਜਾਂ ਕਰ ਰਹੀ ਹਾਂ ਉਹ ਦੇਖ ਰਹੇ ਨੇ, ਹੈ ਨਾ, ਤਾਂ ਉਦੋਂ ਫਿਰ ਅਸੀਂ ਜੋ ਕਰਦੇ ਹਾਂ ਸਾਡਾ ਧਰਮ ਹੋ ਜਾਂਦਾ। ਉਸ ਤੋਂ ਬਿਨਾਂ ਉਹ ਸਾਡੇ ਕਰਮ ਹੀ ਹੁੰਦੇ ਆ। ਕਿਉਂਕਿ ਅਕਸਰ ਇਹ ਗੱਲ ਆਉਂਦੀ ਨਾ ਕਿ ਕਰਮਾਂ ਦੀ ਖੇਡ ਆ, ਅਤੇ ਕਰਮਾਂ ਦੀ ਖੇਡ ਦਾ ਮਤਲਬ ਕੀ ਕਿ ਅਸੀਂ ਆਪ ਆਪਣੇ ਕਰਮਾਂ ਦੇ ਵਿੱਚ ਉਲਝੇ ਜਾਂਦੇ ਹਾਂ।
ਮੈਂ ਕਿਸੇ ਦਾ ਮਾੜਾ ਕੀਤਾ ਤਾਂ ਉਹ ਮੇਰੇ ਉੱਤੇ ਇੱਕ ਕਰਮ ਬਣ ਗਿਆ। ਹੁਣ ਉਹ ਮਾੜਾ ਕਦੋਂ ਨਹੀਂ ਕਰ ਸਕਦੀ, ਜਦੋਂ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਹੈਗੀ ਆ ਕਿ ਮੇਰੇ ਨਾਲ ਮੇਰਾ ਗੁਰੂ, ਮੇਰਾ ਰਹਿਬਰ, ਮੇਰੇ ਗੁਰੂ ਨਾਨਕ ਪਾਤਸ਼ਾਹ ਮੇਰੇ ਨਾਲ ਚੱਲ ਰਹੇ ਨੇ ਔਰ ਮੈਨੂੰ ਉਹ 24 ਘੰਟੇ ਦੇਖ ਰਹੇ ਨੇ। ਫਿਰ ਮੈਂ ਕਿਸੇ ਦਾ ਮਾੜਾ ਕਰਨ ਦਾ ਸੋਚ ਨਹੀਂ ਸਕਦੀ, ਫਿਰ ਮੈਂ ਕਿਸੇ ਨੂੰ ਊਂਚ ਨੀਚ ਦੇ ਵਿੱਚ ਦੇਖ ਨਹੀਂ ਸਕਦੀ। ਸੋ ਜਿਹੜੇ ਨਿਯਮਬੱਧ ਕਰਮ ਹੁੰਦੇ ਨੇ ਨਾ, ਉਹੀ ਤੁਹਾਡੇ ਧਰਮ ਹੋ ਜਾਂਦੇ ਨੇ, ਉਹ ਤੁਹਾਡਾ ਧਰਮ ਹੋ ਜਾਂਦੇ ਨੇ। ਹੁਣ ਹਰ ਕੋਈ ਜਿਹੜਾ ਪੈਗੰਬਰ ਹੈ ਜਾਂ ਜਿਹੜਾ ਇਸ਼ਟ ਹੈ ਜਾਂ ਗੁਰੂ ਹੈ, ਉਹ ਕੋਈ ਜਿਹੜੇ ਨਿਯਮ ਤਿਆਰ ਕਰਦਾ ਹੈ ਨਾ, ਉਹ ਕਿਸੇ ਨਾ ਕਿਸੇ ਆਧਾਰ 'ਤੇ ਤਿਆਰ ਕਰਦੇ ਨੇ, ਤੈਅ ਕਰਦੇ ਨੇ। ਗੁਰੂ ਨਾਨਕ ਪਾਤਸ਼ਾਹ ਵੀ ਆਪਣੇ ਜਿਹੜੇ ਉਹਨਾਂ ਦੇ ਗੁਰੂ ਨਾਨਕ ਨਾਮ ਲੇਵਾ ਸੰਗਤ ਜਿਹੜੀ ਆ, ਉਹਨਾਂ ਵਾਸਤੇ ਜਿਹੜੇ ਉਹ ਨਿਯਮ ਤੈਅ ਕਰਦੇ ਨੇ, ਉਹ ਕਿਸੇ ਆਧਾਰ 'ਤੇ ਕਰਦੇ ਨੇ, ਜਿੱਦਾਂ ਕਿ ਬਾਕੀ ਸਾਰੇ ਕਿਸੇ ਨਾ ਕਿਸੇ, ਕਿਉਂਕਿ ਹਮੇਸ਼ਾ ਇਹ ਜਿਹੜੇ ਪੈਗੰਬਰ ਹੋਇਆ ਕਰਦੇ ਨੇ, ਉਹਨਾਂ ਦਾ ਉਹਨਾਂ ਨੇ ਹੀ ਧਰਮ ਉਹਨਾਂ ਨੇ ਹੀ ਦੇਣਾ ਹੁੰਦਾ ਹੈ ਨਾ। ਤੋ ਧਰਮ ਦੇ ਨਿਯਮ ਉਹਨਾਂ ਨੇ ਦੇਣੇ ਹੁੰਦੇ ਆ। ਜਿਵੇਂ ਜਿਹੜੇ ਰਿਸ਼ੀ ਮੁਨੀ ਹੋਏ ਆ, ਉਹਨਾਂ ਨੇ ਆਪਣੇ ਪੈਰੋਕਾਰਾਂ ਲਈ ਇੱਕ ਨਿਯਮਬੱਧ ਕਰ ਦਿੱਤਾ ਕਿ ਤੁਹਾਨੂੰ ਜੰਗਲਾਂ 'ਚ ਜਾਣਾ ਪਊਗਾ, ਤੁਹਾਨੂੰ ਤਪ ਕਰਨਾ ਪਊਗਾ। ਉਹਨਾਂ ਨੇ ਉਹ ਨਿਯਮਬੱਧ ਕਰ ਦਿੱਤਾ। ਇਸੇ ਤਰੀਕੇ ਨਾਲ ਜਿਹੜੇ ਜੈਨ ਮੁਨੀ ਨੇ, ਉਹਨਾਂ ਨੇ ਨਿਯਮ ਦੇ ਦਿੱਤੇ ਕਿ ਤੁਸੀਂ ਕਿਸ ਤਰੀਕੇ ਨਾਲ ਆਪਣੀ ਜੀਵਨ ਨਿਰਬਾਹ ਕਰਨਾ, ਉਹਨਾਂ ਨੇ ਧਰਮ ਦੇ ਦਿੱਤਾ। ਗੁਰੂ ਨਾਨਕ ਪਾਤਸ਼ਾਹ ਜਦੋਂ ਸਾਨੂੰ ਧਰਮ ਦਿੰਦੇ ਨੇ, ਜਦੋਂ ਸਾਡੇ ਉਹ ਸਾਨੂੰ ਨਿਯਮ, ਸਾਡੇ ਕਰਮਾਂ ਨੂੰ ਕਿਸ ਨਿਯਮ ਦੇ ਤਹਿਤ ਹੋਣਾ ਚਾਹੀਦਾ, ਜਦੋਂ ਉਹ ਦੱਸਦੇ ਨੇ, ਤਾਂ ਉਹਨਾਂ ਦੇ ਨਿਯਮਾਂ ਦਾ ਆਧਾਰ ਕੀ ਹੈ? ਗੁਰਬਾਣੀ ਦੇ ਅਕੋਰਡਿੰਗ ਉਹ ਕਹਿੰਦੇ ਨੇ, ਜੋ ਤੁਧ ਭਾਵੇ ਸੇ ਸੱਚ ਧਰਮ। ਹੁਣ ਜੋ ਤੈਨੂੰ ਭਾਉਂਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ, ਔਰ ਉਹਨਾਂ ਦਾ ਗੁਰੂ ਕੌਣ ਹੈ? ਸ਼ਬਦ। ਉਹ ਸ਼ਬਦ ਦੀ ਗੱਲ ਕਰਦੇ ਨੇ ਕਿ ਜੋ ਤੈਨੂੰ ਭਾਉਂਦਾ ਹੈ, ਜੋ ਉਸ ਪਰਮਾਤਮਾ ਨੂੰ, ਉਸ ਸੁਪਰੀਮ ਬੀਇੰਗ ਨੂੰ, ਉਸ ਅੱਲਾ ਨੂੰ, ਉਸ ਰਾਮ ਨੂੰ, ਜਿਸ ਵੀ ਨਾਮ ਨਾਲ ਉਸ ਨੂੰ ਦੁਨੀਆ ਜਾਣਦੀ ਆ, ਉਸ ਸੁਪਰੀਮ ਬੀਇੰਗ ਨੂੰ, ਉਸ ਪਾਵਰ ਨੂੰ, ਜੋ ਉਸ ਨੂੰ ਭਾਉਂਦਾ ਹੈ, ਉਹ ਮੇਰਾ ਧਰਮ ਹੈ ਨਾ। ਹੁਣ ਇਸ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਹੈ, ਇਸ ਨੂੰ ਬੜੀ ਬਰੀਕੀ ਨਾਲ ਸਮਝਿਆ ਜਾਣਾ ਚਾਹੀਦਾ। ਇਸ 'ਤੇ ਜੇ ਆਪਾਂ ਇਸ ਤੁਕ ਨੂੰ ਧਿਆਨ ਨਾਲ ਸਮਝ ਲਈਏ ਨਾ, ਔਰ ਇਹਨੂੰ ਸਮਝ ਲਈਏ ਕਿ ਜਿਹੜਾ ਸਾਡਾ ਧਰਮ ਹੈ, ਉਸ ਧਰਮ ਨੂੰ ਗੁਰੂ ਨਾਨਕ ਪਾਤਸ਼ਾਹ ਨਿਯਮਬੱਧ ਇਸ ਫਲਸਫੇ ਦੇ ਅਕੋਰਡਿੰਗ ਕਰਦੇ ਨੇ ਕਿ ਜੋ ਤੈਨੂੰ ਭਾਉਂਦਾ ਹੈ ਉਹੀ ਧਰਮ ਹੈ, ਤਾਂ ਫਿਰ ਸਾਨੂੰ ਸਮਝਣਾ ਸੌਖਾ ਹੋ ਜਾਊਗਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਵਾਸਤੇ ਕੁਝ ਚੀਜ਼ਾਂ ਲਾਜ਼ਮੀ ਕਿਉਂ ਨੇ। ਕਿਉਂ ਸਿੱਖ ਜਿਹੜਾ ਉਹ ਵਾਲ ਨਹੀਂ ਕਟਵਾ ਸਕਦਾ? ਕਿਉਂ ਸਿੱਖ ਜਿਹੜਾ ਹੈ ਉਹਦੇ ਲਈ ਸੇਵਾ ਲਾਜ਼ਮੀ ਆ? ਕਿਉਂ ਕਿਸੇ ਸਿੱਖ ਲਈ ਕਿਰਤ ਕਰਨੀ ਲਾਜ਼ਮੀ ਆ? ਕਿਉਂ ਉਹਦੇ ਲਈ ਵੰਡ ਕੇ ਛਕਣਾ ਲਾਜ਼ਮੀ ਆ? ਕਿਉਂ ਉਹਦੇ ਲਈ ਨਾਮ ਜਪਣਾ ਲਾਜ਼ਮੀ ਆ? ਫਿਰ ਸਾਨੂੰ ਸਮਝ ਆਉਣੀ ਸ਼ੁਰੂ ਹੋ ਜਾਊਗੀ ਜਦੋਂ ਅਸੀਂ ਇਸ ਤੁਕ ਨੂੰ ਇਹ ਆਧਾਰ ਸਮਝ ਕੇ ਚੱਲਾਂਗੇ ਕਿ ਇਸ ਆਧਾਰ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਧਰਮ ਦਾ ਰਾਹ ਦਿਖਾਇਆ ਔਰ ਉਹਨਾਂ ਦੇ ਧਰਮ ਦੀ ਜਿਹੜੇ ਨਿਯਮ ਨੇ ਉਹ ਇਸ ਆਧਾਰ 'ਤੇ ਬੱਝੇ ਹੋਏ ਆ। ਦੇਖੋ, ਜਿਸ ਪਰਮ ਪਿਤਾ ਪਰਮਾਤਮਾ ਨੇ, ਜਿਸ ਦਾ ਨਾ ਰੂਪ ਆ, ਨਾ ਰੰਗ ਆ, ਨਾ ਰੇਖ ਆ, ਜਦੋਂ ਉਸਨੇ ਧਰਤੀ, ਉਸਨੇ ਸ੍ਰਿਸ਼ਟੀ ਸਾਜੀ, ਤਾਂ ਉਹਦੇ ਵਿੱਚ ਉਹਨੇ ਗਰੀਬ ਅਮੀਰ, ਉੱਚਾ ਨੀਚਾ ਕੁਛ ਨਹੀਂ ਬਣਾਇਆ। ਉਹਨੇ ਸਿਰਫ ਇਨਸਾਨ ਬਣਾਏ ਔਰ ਉਹਨਾਂ ਇਨਸਾਨਾਂ ਨੂੰ ਅੱਗੇ, ਕਿਉਂਕਿ ਜਿਵੇਂ ਸਿਵਲਾਈਜੇਸ਼ਨ ਕੰਪਲੈਕਸ ਹੁੰਦੀ ਜਾਂਦੀ ਆ ਨਾ, ਤਾਂ ਉਹ ਫਿਰ ਤੁਹਾਨੂੰ ਕੁਝ ਕੈਟਾਗਰੀਜ਼ ਵਿੱਚ ਵੰਡਣਾ ਸ਼ੁਰੂ ਕਰ ਦਿੰਦੀ ਆ। ਤਾਂ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਸਿੱਖ ਹੈ, ਹੁਣ ਉਹ ਜਦੋਂ ਜਿਸ ਮਨੁੱਖ ਨੂੰ ਇੱਕ ਪਰਮਾਤਮਾ ਨੇ ਘੜਿਆ ਹੋਵੇ, ਤਾਂ ਅਗਰ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਉਹ ਕਿਸੇ ਗਰੀਬ ਦੇ ਕੋਲੋਂ ਦੀ ਨਿਕਲ ਕੇ ਗਿਆ ਆ, ਤਾਂ ਉਸ ਗਰੀਬ ਨਾਲ ਉਹਦਾ ਵਿਹਾਰ ਕਿੱਦਾਂ ਦਾ ਹੋਵੇ? ਸਭ ਤੋਂ ਪਹਿਲੀ ਗੱਲ ਤਾਂ ਹੁਣ ਉਹ ਜਾਂ ਤਾਂ ਉਹਨੂੰ ਦੇਖ ਕੇ ਦੋ ਹੀ ਰਸਤੇ ਆ, ਜਾਂ ਤਾਂ ਇੱਕ ਰਸਤਾ ਇਹ ਹੈ ਕਿ ਉਹਨੂੰ ਦੇਖ ਕੇ ਛੱਡ ਜਾਏ, ਦੂਸਰਾ ਰਸਤਾ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਦੇ ਉੱਤੇ ਚੱਲਦੇ ਹੋਏ ਬਕਾਇਦਾ ਉਹਦੀ ਸੇਵਾ ਕਰੇ, ਕਿਉਂਕਿ ਇਹ ਲਾਜ਼ਮੀ ਆ, ਜਾਂ ਕਿਸੇ ਜ਼ਰੂਰਤਮੰਦ ਦੀ ਜਿਹੜੀ ਆ ਉਹ ਬਾਂਹ ਫੜੇ, ਇਹ ਲਾਜ਼ਮੀ ਆ। ਸਿੱਖ ਲਈ ਮਨੁੱਖੀ ਅਧਿਕਾਰਾਂ ਦੀ ਗੱਲ ਕਰਨਾ, ਕਿਸੇ ਜ਼ਰੂਰਤਮੰਦ ਦੀ ਜ਼ਰੂਰਤ ਦੇ ਵਿੱਚ ਮਦਦ ਕਰਨਾ, ਸੇਵਾ ਕਰਨਾ, ਇਹ ਆਪਸ਼ਨ ਨਹੀਂ ਆ, ਇਹ ਹੁਕਮ ਆ। ਔਰ ਇਹ ਹੁਕਮ ਇਸੇ ਤਹਿਤ ਹੈ ਕਿ ਜੋ ਤੈਨੂੰ ਭਾਉਂਦਾ ਹੈ, ਔਰ ਉਸ ਇੱਕ ਸੱਚੇ ਪਿਤਾ ਨੂੰ ਜਿਸ ਨੇ ਸਾਨੂੰ ਸਭ ਨੂੰ ਬਣਾਇਆ, ਉਹਦਾ ਦਿਲ ਕਿੱਦਾਂ ਨਾ, ਜਾਂ ਉਹਨੂੰ ਕਿਉਂ ਨਾ ਭਾਊਗਾ ਕਿ, ਜਾਂ ਉਹਨੂੰ ਇਹ, ਆਪਾਂ ਇਹਨੂੰ ਇਸ ਤਰ੍ਹਾਂ ਸਮਝ ਲਈਏ ਕਿ ਉਹਨੂੰ ਇਹ ਕਿੱਦਾਂ ਭਾਊਗਾ ਕਿ ਉਹਦੇ ਹੀ ਬੱਚੇ, ਦੋ ਬੱਚੇ ਆ, ਇੱਕ ਮਾੜਾ ਹੈ, ਇੱਕ ਤਗੜਾ, ਜਿਹੜਾ ਤਗੜਾ ਉਹ ਮਾੜੇ ਨੂੰ ਵੱਢੀ ਜਾਵੇ, ਉਹਨੂੰ ਇਹ ਕਿੱਦਾਂ ਭਾਊਗਾ? ਉਹਨੂੰ ਨਹੀਂ ਪਾ ਸਕਦਾ ਨਾ। ਤੋ ਅਸਲ ਦੇ ਵਿੱਚ ਜਿਹੜੇ ਇਹ ਧਰਮ ਦੇ ਜਿਹੜੀ ਸਿੱਖੀ ਦੇ ਰੂਲ ਗੁਰੂ ਨਾਨਕ ਪਾਤਸ਼ਾਹ ਦਿੰਦੇ ਨੇ, ਉਹ ਡਿਵਾਈਨ ਰੂਲਸ ਨੇ।
ਉਹ ਕਿਸੇ ਤਰ੍ਹਾਂ ਦੀ ਰੈਵੋਲਿਊਸ਼ਨ ਦੀ ਗੱਲ ਨਹੀਂ ਆ। ਬਹੁਤ ਸਾਰੇ ਆਪਾਂ ਛੋਟੀ ਜਿਹੀ ਗੱਲ ਕਰਕੇ ਕਹਿੰਦੇ ਕਿ ਰੈਵੋਲਿਊਸ਼ਨਰੀ ਆ। ਇਹ ਸਿਰਫ ਰੈਵੋਲਿਊਸ਼ਨ ਦੀ ਗੱਲ ਨਹੀਂ ਆ, ਇਹ ਰੈਵੋਲਿਊਸ਼ਨ ਤੋਂ ਕਿਤੇ ਅੱਗੇ ਆ ਕਿ ਇਹ ਡਿਵਾਈਨ ਰੂਲ ਨੇ। ਉਹ ਰੂਲ ਜੋ ਸ਼ਾਇਦ ਪਰਮਾਤਮਾ ਬਣਾਉਂਦਾ, ਉਹ ਰੂਲ ਜੋ ਪਰਮਾਤਮਾ ਨੇ ਬਣਾ ਕੇ ਸਾਨੂੰ ਧਰਤੀ 'ਤੇ ਭੇਜਿਆ ਸੀਗਾ ਕਿ ਤੁਸੀਂ ਕੋਈ ਉੱਚੇ ਨੀਚੇ ਨਹੀਂ, ਤੁਸੀਂ ਕੋਈ ਛੋਟੇ ਵੱਡੇ ਨਹੀਂ, ਕੋਈ ਔਰਤ ਮਰਦ ਦਾ ਫਰਕ ਨਹੀਂ ਹੋਣਾ ਚਾਹੀਦਾ। ਇਹ ਡਿਵਾਈਨ ਰੂਲਸ ਨੇ ਜੋ ਗੁਰੂ ਨਾਨਕ ਸਾਨੂੰ ਦਿੰਦੇ ਨੇ। ਕਿਉਂ ਦਿੰਦੇ ਨੇ? ਕਿਉਂਕਿ ਉਹ ਆਪਣੇ ਧਰਮ ਨੂੰ ਨਿਯਮਬੱਧ ਕਰਦੇ ਨੇ ਇਸ ਫਿਲਾਸਫੀ ਦੇ ਉੱਤੇ, ਜੋ ਤੁਧ ਭਾਵੇ ਸੇ ਸੱਚੇ ਧਰਮ, ਕਿ ਜੋ ਤੈਨੂੰ ਭਾਉਂਦਾ ਹੈ ਉਹੀ ਸੱਚ ਧਰਮ ਹੈ। ਹੁਣ ਇਹ ਆਪਣੇ ਧਰਮ ਦੀ ਗੱਲ ਹੈ। ਇਸੇ ਲਈ ਮੈਂ ਪਿਛਲੀ ਵਾਰੀ ਇੱਕ ਬੇਨਤੀ ਕੀਤੀ ਸੀਗੀ ਕਿ ਆਪਾਂ ਤਸਵੀਰਾਂ 'ਚੋਂ ਬਾਹਰ ਨਿਕਲਣਾ ਸ਼ੁਰੂ ਕਰੀਏ, ਕਿਉਂਕਿ ਜਿਹੜੀਆਂ ਤਸਵੀਰਾਂ ਨਾਲ ਜੁੜ ਕੇ ਨਾ ਆਪਾਂ ਉਹ ਕੈਟਾਗਰੀਜ਼ ਵਿੱਚ ਫਿਰ ਵੰਡੇ ਜਾਂਦੇ ਹਾਂ। ਔਰ ਨਾ ਹੀ ਸਾਨੂੰ, ਔਰ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇਹਨਾਂ ਤਸਵੀਰਾਂ ਦੀ ਜਾਂ ਮੂਰਤਾਂ ਦੀ ਜਾਂ ਸਰੀਰਾਂ ਦੀ ਆਗਿਆ ਵੀ ਇਸੇ ਕਰਕੇ ਨਹੀਂ ਦਿੱਤੀ ਕਿ ਆਪਾਂ ਇਹਨਾਂ ਦੇ ਨਾਲ ਜੁੜੀਏ। ਉਹਦਾ ਕਾਰਨ ਹੀ ਇਹ ਸੀ ਕਿਉਂਕਿ ਜਦੋਂ ਆਪਾਂ ਇਹਨਾਂ ਚੀਜ਼ਾਂ ਨਾਲ ਜੁੜਾਂਗੇ ਨਾ, ਆਪਾਂ ਕੈਟਾਗਰੀਜ਼ ਵਿੱਚ ਵੰਡੇ ਜਾਵਾਂਗੇ। ਹੁਣ ਮੇਰੇ ਕੋਲ ਅਕਸਰ ਇਹ ਸਵਾਲ ਆ ਜਾਂਦਾ, ਕਿਉਂਕਿ ਮੈਂ ਬਹੁਤ ਵਾਰੀ ਇਹ ਪਹਿਲਾਂ ਵੀ ਬੋਲਿਆ ਕਿ ਸਿੱਖ ਨੂੰ ਸਰੀਰ ਦੇ ਨਾਲ ਜੁੜਨ ਦਾ ਕੋਈ ਹੁਕਮ ਨਹੀਂ ਆ। ਤਾਂ ਮੈਨੂੰ ਬਹੁਤ ਸਾਰੇ ਲੋਕ ਸਵਾਲ ਕਰਦੇ ਨੇ ਕਿ ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਵੀ ਤਾਂ ਸਰੀਰ 'ਚ ਹੀ ਆਏ ਨੇ, ਉਹ ਵੀ ਤਾਂ ਮਨੁੱਖੀ ਜਾਮੇ 'ਚ ਹੀ ਆਏ ਨੇ। ਤਾਂ ਫਿਰ ਉਸ ਤੋਂ ਬਾਅਦ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਥਾਪ ਦਿੱਤਾ, ਪਰ ਉਸ ਤੋਂ ਪਹਿਲਾਂ ਵੀ ਤਾਂ ਸਰੀਰ ਰਹੇ ਨੇ। ਤਾਂ ਸਿੱਖ ਜਿਹੜੇ ਸਰੀਰ ਨਾਲ ਹੀ ਜੁੜੇ ਰਹੇ ਨੇ, ਇਹ ਬਹੁਤ ਵਾਰੀ ਸਵਾਲ ਮੈਨੂੰ ਆਉਂਦਾ। ਤਾਂ ਇਹਨੂੰ ਆਪਾਂ ਸਮਝ ਲਈਏ ਇਸ ਚੀਜ਼ ਨੂੰ ਵੀ। ਦੇਖੋ, ਜਦੋਂ ਗੁਰੂ ਨਾਨਕ ਪਾਤਸ਼ਾਹ ਨੇ, ਅਗਰ ਉਹਨਾਂ ਨੇ ਧਰਤੀ ਦੇ ਉੱਤੇ ਇਨਸਾਨੀ ਰੂਪ ਦੇ ਵਿੱਚ ਜਨਮ ਲਿਆ ਨਾ, ਤਾਂ ਇਸ ਦਾ ਮਤਲਬ ਹੈ ਕਿ ਉਹਨਾਂ ਨੇ ਇਨਸਾਨਾਂ ਦੇ ਵਿੱਚ ਰਹਿ ਕੇ, ਇਨਸਾਨਾਂ ਦੀ ਜੀਵਨ ਸ਼ੈਲੀ ਅਪਣਾ ਕੇ, ਇਨਸਾਨਾਂ ਨੂੰ ਬਦਲਣ ਦੀ ਜਾਂ ਉਹਨਾਂ ਨੂੰ ਸਹੀ ਸੱਚੇ ਮਾਰਗ 'ਤੇ ਚੱਲਣ ਦੀ ਜਿਹੜੀ ਪ੍ਰੇਰਨਾ ਦੇਣ ਵਾਸਤੇ ਜਨਮ ਲਿਆ। ਕਿਉਂਕਿ ਅਗਰ ਉਹਨਾਂ ਨੇ ਚਮਤਕਾਰ ਹੀ ਕਰਨਾ ਹੁੰਦਾ, ਫਿਰ ਉਹਨਾਂ ਨੂੰ ਇਨਸਾਨੀ ਰੂਪ 'ਚ ਜਨਮ ਲੈਣ ਦੀ ਲੋੜ ਨਹੀਂ ਸੀਗੀ। ਉਹ ਕਰ ਸਕਦੇ ਸੀਗੇ, ਗੁਰੂ ਨਾਨਕ ਪਾਤਸ਼ਾਹ ਇੱਦਾਂ ਕਰ ਸਕਦੇ ਸੀਗੇ ਕਿ ਜਦੋਂ ਆਉਂਦੇ ਉਹ ਚੁਟਕੀ ਮਾਰਦੇ, ਜਾਂ ਜਿਹੜੀ ਉਹ ਮੂਰਤੀ ਦੇ ਵਿੱਚ ਫੋਟੋ ਚੇਂਜ ਕਰਕੇ ਹੱਥ ਬਣਾਇਆ ਹੁੰਦਾ ਆ, ਉਹ ਐਵੇਂ ਹੱਥ ਦਿਖਾਉਂਦੇ ਐਂਡ ਸਭ ਚੇਂਜ ਹੋ ਜਾਂਦਾ। ਹੋ ਸਕਦਾ ਸੀਗਾ, ਉਹਨਾਂ ਦੇ ਵਿੱਚ ਇੰਨੀ ਸ਼ਮਤਾ ਸੀਗੀ। ਪਰ ਜੇ ਉਹ ਇੱਦਾਂ ਕਰ ਦਿੰਦੇ ਤਾਂ ਫਿਰ ਉਹ ਇੱਕ ਚਮਤਕਾਰ ਦੀ ਕੈਟਾਗਰੀ 'ਚ ਆ ਜਾਣਾ ਸੀਗਾ। ਫਿਰ ਉੱਥੇ ਮਨੁੱਖਤਾ ਦੀ ਗੱਲ ਨਹੀਂ ਸੀ ਰਹਿ ਜਾਣੀ। ਫਿਰ ਉਹਦੇ ਵਿੱਚ ਉਹ ਰੱਬ ਅਤੇ ਇਨਸਾਨ ਦਾ ਜਿਹੜਾ ਉਹ ਕੈਟਾਗਰੀ ਸੀ ਨਾ, ਉਹ ਡਿਵਾਈਡਡ ਰਹਿਣੀ ਸੀਗੀ। ਔਰ ਫਿਰ ਗੁਰੂ ਨਾਨਕ ਪਾਤਸ਼ਾਹ ਨੂੰ ਮਨੁੱਖ ਦੇ ਰੂਪ ਦੇ ਵਿੱਚ ਜਨਮ ਲੈਣ ਦੀ ਲੋੜ ਵੀ ਨਹੀਂ ਸੀ ਪੈਣੀ, ਕਿਉਂਕਿ ਫਿਰ ਉਹ ਉੱਪਰੋਂ ਹੀ ਕਹਿ ਕਰ ਦਿੰਦੇ ਨਾ, ਉਹ ਜਿੱਥੇ ਵੀ ਉਹ ਸੱਚਖੰਡ ਵਸੇ ਨਿਰੰਕਾਰ, ਉਹ ਸੱਚਖੰਡ ਦੇ ਵਿੱਚੋਂ ਹੀ ਪਰਮਾਤਮਾ, ਕਿਉਂਕਿ ਆਪ ਉਹ ਨਾਰਾਇਣ ਨੇ, ਤਾਂ ਉਹ ਸਾਰਾ ਕੁਝ ਚੇਂਜ ਕਰ ਸਕਦੇ ਸੀ। ਪਰ ਉਹਨਾਂ ਨੇ ਇੱਦਾਂ ਨਹੀਂ ਕੀਤਾ। ਉਹ ਬਕਾਇਦਾ ਸਾਡੇ ਵਿੱਚ ਆਏ, ਆ ਕੇ ਸਾਡੇ ਵਰਗੀ ਜੀਵਨ ਸ਼ੈਲੀ ਅਪਣਾਈ, ਸਾਡੇ ਵਰਗਾ ਹੀ ਉਹਨਾਂ ਨੇ ਬਕਾਇਦਾ ਮੋਦੀਖਾਨੇ ਦੇ ਵਿੱਚ ਵੀ ਕੰਮ ਕੀਤਾ, ਹਲ ਵੀ ਵਾਹਿਆ, ਉਦਾਸੀਆਂ 'ਤੇ ਵੀ ਗਏ। ਹਰ ਇੱਕ ਤਰੀਕੇ ਦੀ ਜਿਹੜੇ ਇੱਕ ਇਨਸਾਨ ਦੀ ਜੀਵਨ ਸ਼ੈਲੀ ਹੁੰਦੀ ਆ, ਉਸ ਜੀਵਨ ਸ਼ੈਲੀ ਦੇ ਵਿੱਚ ਰਹਿ ਕੇ ਉਹਨਾਂ ਨੇ ਸਾਨੂੰ ਤਰੀਕੇ ਦੱਸੇ। ਹੁਣ ਇੱਕ ਇਨਸਾਨ ਦੀ ਜੀਵਨ ਸ਼ੈਲੀ ਵਿੱਚ ਜਦੋਂ ਰਹਾਂਗੇ, ਤਾਂ ਜਿਹੜੀ ਇੰਨੇ ਸਦੀਆਂ ਦੀ ਮਿੱਟੀ ਧੂਲ ਪਈ ਹੋਈ ਸੀਗੀ ਨਾ ਮਨੁੱਖਤਾ ਦੇ ਉੱਤੇ, ਉਹ ਇੱਕ ਜਾਮੇ ਦੇ ਵਿੱਚ ਪੂਰੀ ਹੋ ਜਾਣੀ ਡਿਵੈਲਪਮੈਂਟ, ਇਹ ਪੋਸੀਬਲ ਨਹੀਂ ਸੀਗਾ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਪੂਰਨੇ ਪਾਏ ਕਿ ਆਹ ਪੂਰਨਿਆਂ ਦੇ ਉੱਤੇ ਮੇਰਾ ਸਿੱਖ ਚੱਲੂਗਾ। ਔਰ ਉਹਨਾਂ ਪੂਰਨਿਆਂ ਦੇ ਉੱਤੇ ਚੱਲਦੇ ਦੂਜੇ ਪਾਤਸ਼ਾਹ, ਜਾਂ ਆਪਾਂ ਇਹ ਕਹਿ ਲਈਏ ਕਿ ਗੁਰੂ ਨਾਨਕ ਪਾਤਸ਼ਾਹ ਦੂਸਰੇ ਜਾਮੇ ਤੋਂ ਲੈ ਕੇ 10ਵੇਂ ਜਾਮੇ ਤੱਕ ਨਿਰੰਤਰ ਜੀ ਕੇ ਸਾਡੀ ਟ੍ਰੇਨਿੰਗ ਕਰਾਉਂਦੇ ਰਹੇ। ਔਰ ਉਹ ਟ੍ਰੇਨਿੰਗ 10ਵੇਂ ਜਾਮੇ ਦੇ ਵਿੱਚ ਜਦੋਂ ਸੰਪੂਰਨ ਹੋ ਜਾਂਦੀ ਆ, ਜਦੋਂ ਮੈਂ ਇਹ ਗੱਲ ਪਹਿਲਾਂ ਵੀ ਆਪਾਂ ਇਹ ਗੱਲ ਕਰ ਚੁੱਕੇ ਹਾਂ ਕਿ ਜਦੋਂ 5ਵੇਂ ਪਾਤਸ਼ਾਹ ਸ਼ਹੀਦ ਹੁੰਦੇ ਨੇ, ਤਾਂ ਬਕਾਇਦਾ ਉਹ ਐਗਜ਼ਾਮਪਲ ਸੈੱਟ ਕਰਦੇ ਨੇ, ਹੈ ਨਾ। ਉਹ ਐਗਜ਼ਾਮਪਲ ਸੈੱਟ ਕਰਕੇ ਔਰ ਉਸ ਤੋਂ ਬਾਅਦ ਸਾਨੂੰ ਦਿਖਾ ਦਿੰਦੇ ਨੇ ਕਿ ਇਸ ਤਰੀਕੇ ਨਾਲ ਸ਼ਹੀਦੀ ਵੀ ਪ੍ਰਾਪਤ ਹੋ ਸਕਦੀ ਆ ਸੱਚ ਦੇ ਰਾਹ ਦੇ ਉੱਤੇ ਚੱਲਦਿਆਂ ਹੋਇਆਂ। ਔਰ ਉਸ ਟਾਈਮ 'ਤੇ ਸਿੱਖ ਦੇਖ ਰਹੇ ਆ। ਔਰ ਜਦੋਂ ਅਸੀਂ 9ਵੇਂ ਗੁਰੂ ਪਾਤਸ਼ਾਹ ਤੱਕ ਪਹੁੰਚਦੇ ਹਾਂ, 9ਵੇਂ, ਜਾਂ ਆਪਾਂ ਕਹਿ ਲਈਏ ਕਿ 9ਵੇਂ ਨਾਨਕ ਤੱਕ ਪਹੁੰਚਦੇ ਹਾਂ, ਤਾਂ 9ਵੇਂ ਜਾਮੇ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਆਪ ਦੇਖ ਰਹੇ ਨੇ ਔਰ ਉਹਨਾਂ ਦੇ ਸਿੱਖ ਸ਼ਹੀਦ ਹੋ ਰਹੇ ਨੇ। ਔਰ ਉਹ ਕੀ ਆ, ਉਹ ਸਾਡੀ ਟ੍ਰੇਨਿੰਗ ਹੋ ਗਈ ਬੇਸਿਕਲੀ। ਉਹ ਸਾਡੀ ਮੋਰਲ, ਅਸੀਂ ਫਿਜ਼ੀਕਲੀ ਵੀ ਸਟਰੈਂਥਨ ਹੋ ਗਏ, ਅਸੀਂ ਇਮੋਸ਼ਨਲੀ ਵੀ ਸਟਰੈਂਥਨ ਹੋ ਗਏ। ਔਰ ਉਸ ਗੁਰਬਾਣੀ ਦੇ ਨਾਲ ਸਾਡੀ ਇੱਕਮਿਕਤਾ ਹੋ ਗਈ, ਜਿਹਦੇ ਬਾਰੇ ਗੁਰੂ ਸਾਹਿਬ ਕਹਿੰਦੇ ਨੇ ਕਿ ਗੁਰਬਾਣੀ ਬਣੀਏ, ਜਿਹਦੇ ਬਾਰੇ ਗੁਰੂ ਸਿੱਖਾਂ ਨੂੰ ਹੁਕਮ ਆ ਕਿ ਅਸੀਂ ਗੁਰੂ ਦੀ ਜਿਹੜੀ ਬਾਣੀ ਆ ਉਹ ਸੱਚ ਹੈ ਔਰ ਉਹਦੇ ਗੁਰਬਾਣੀ ਬਣੀਏ। ਜਦੋਂ ਅਸੀਂ ਗੁਰਬਾਣੀ ਦੀ ਮੂਰਤ ਬਣਦੇ ਜਾਵਾਂਗੇ ਨਾ, ਯਾਨੀ ਕਿ ਸ਼ਬਦ ਵਿੱਚ ਸਮਾਉਂਦੇ ਜਾਵਾਂਗੇ, ਜਦੋਂ ਅਸੀਂ ਸ਼ਬਦ ਹੁੰਦੇ ਜਾਵਾਂਗੇ, ਫਿਰ ਇਹ ਦਰਦ, ਦੁੱਖ, ਪੀੜ, ਇਹ ਚੀਜ਼ਾਂ ਦੂਰ ਰਹਿੰਦੀਆਂ ਜਾਂਦੀਆਂ ਆ।
ਹੁਣ ਇਹ ਸਿਰਫ ਇਹ ਪ੍ਰੈਕਟੀਕਲ ਚੀਜ਼ ਆ, ਇਹਨੂੰ ਮੇਰੇ ਵਰਗਾ ਥਰੈਟੀਕਲੀ ਜੋ ਮਰਜ਼ੀ ਬੋਲੀ ਜਾਵੇ ਜਾਂ ਕੋਈ ਵੀ ਥਰੈਟੀਕਲੀ ਆਪਾਂ ਬੋਲੀ ਜਾਈਏ, ਉਹਦੇ ਵਿੱਚ ਇਹ ਉਸ ਢਾਂਚੇ 'ਚ ਫਿੱਟ ਹੋਣ ਵਾਲੀ ਗੱਲ ਹੈ ਨਹੀਂ। ਇਹ ਪ੍ਰੈਕਟੀਕੈਲਿਟੀ ਦੀ ਗੱਲ ਆ। ਖੈਰ, ਜਦੋਂ ਉਦੋਂ ਤੱਕ ਪਹੁੰਚਦੇ ਆ, ਉਸ ਤੋਂ ਬਾਅਦ ਜਦੋਂ ਇਹ ਸੰਪੂਰਨਤਾ ਹੋ ਗਈ, ਜਦੋਂ ਗੁਰੂ ਨਾਨਕ ਪਾਤਸ਼ਾਹ ਨੇ 9ਵੇਂ ਜਾਮੇ ਵਿੱਚ ਵੇਖ ਲਿਆ ਕਿ ਮੇਰਾ ਸਿੱਖ ਜਿਹੜਾ ਉਹ ਪੂਰਾ ਬਿਲਕੁਲ ਤਿਆਰ ਹੈ, ਤਾਂ 10ਵੇਂ ਜਾਮੇ ਦੇ ਵਿੱਚ ਔਰਗਨਾਈਜ਼ ਹੋ ਜਾਂਦੇ ਆ। 10ਵੇਂ ਜਾਮੇ ਦੇ ਵਿੱਚ ਫਿਰ ਉਹ ਸਾਨੂੰ ਉਸੇ ਸ਼ਬਦ ਦੇ ਲੜ ਲਾ ਦਿੰਦੇ ਆ ਜਿਸ ਸ਼ਬਦ ਬਾਰੇ ਗੁਰੂ ਨਾਨਕ ਪਾਤਸ਼ਾਹ ਪਹਿਲੇ ਜਾਮੇ 'ਚ ਕਹਿੰਦੇ ਨੇ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰੂ ਨਾਨਕ ਪਾਤਸ਼ਾਹ ਨੇ ਤਾਂ ਪਹਿਲੇ ਜਾਮੇ 'ਚ ਹੀ ਕਹਿ ਦਿੱਤਾ ਸੀਗਾ, ਪਰ ਉਸ ਸ਼ਬਦ ਦੇ ਲੜ ਲਾਉਣ ਨੂੰ, ਕਿਉਂਕਿ ਇਨਸਾਨ ਇੰਨਾ ਵਲਨਰੇਬਲ ਆ ਕਿ ਸਾਨੂੰ ਹਰ ਇੱਕ ਚੀਜ਼ ਸਾਨੂੰ ਸਾਹਮਣੇ ਪਈ ਦਿਖਣੀ ਚਾਹੀਦੀ ਆ, ਤਾਂ ਇਸ ਕਰਕੇ ਉਹ ਸਾਡੀ ਤਿਆਰੀ ਹੋਈ ਆ 10 ਜਾਮਿਆਂ ਤੱਕ। 10ਵੇਂ ਜਾਮੇ ਦੇ ਵਿੱਚ ਜਦੋਂ ਉਹਨਾਂ ਨੇ ਸਾਡੀ ਤਿਆਰੀ ਮੁਕੰਮਲ ਹੋ ਗਈ, ਸਾਨੂੰ ਉਸੇ ਸ਼ਬਦ ਗੁਰੂ ਦੇ ਲੜ ਲਗਾ ਦਿੱਤਾ ਗਿਆ। ਔਰ ਉਸ ਤੋਂ ਬਾਅਦ ਜੇ ਅਸੀਂ ਹੁਣ ਦੁਬਾਰਾ ਫਿਰ ਮੂਰਤੀਆਂ ਜਾਂ ਜਿਹੜੀਆਂ ਫੋਟੋਆਂ ਜਾਂ ਫਿਰ ਅਸੀਂ ਇਹਨਾਂ ਦੇ ਜਾਂ ਸਰੀਰਾਂ ਦੇ ਪਿੱਛੇ, ਦੇਹਧਾਰੀ ਗੁਰੂਡਮ ਦੇ ਪਿੱਛੇ ਆਪਾਂ ਜੇ ਜਾਣਾ ਸ਼ੁਰੂ ਕਰ ਦਈਏ ਨਾ, ਤਾਂ ਅਸੀਂ ਚੜ੍ਹਦੀ ਕਲਾ ਵੱਲ ਨਹੀਂ, ਨਿਘਾਰ ਵੱਲ ਜਾ ਰਹੇ ਹਾਂ। ਫਿਰ ਅਸੀਂ ਉਹ ਲੋਕ ਹਾਂ ਕਿ ਜਿਹਨਾਂ ਨੂੰ ਜਿੱਥੋਂ ਫੜਿਆ ਸੀਗਾ ਨਾ, ਮੈਂ ਉਹ ਮੁਹਾਵਰਾ ਨਹੀਂ ਇਸਤੇਮਾਲ ਕਰਨਾ ਚਾਹੁੰਦੀ, ਪਰ ਮੁੜ ਕੁੜ ਖੋਤੀ ਕਹਿੰਦੇ ਹੁੰਦੇ ਆ ਬੋੜ ਥੱਲੇ, ਕਿ ਸਾਨੂੰ ਦੁਬਾਰਾ ਜਿੱਥੋਂ ਸਾਨੂੰ ਗੁਰੂ ਪਾਤਸ਼ਾਹ ਨੇ ਫੜਿਆ ਸੀ, ਅਸੀਂ ਵਾਪਸ ਉੱਧਰ ਤੁਰੇ ਜਾਂਦੇ ਹਾਂ। ਔਰ ਇਹਦੇ ਤੋਂ ਹੀ ਅਸੀਂ ਇਹਦੇ ਤੋਂ ਹੀ ਬਚਣਾ ਆ, ਅਸੀਂ ਇਸੇ ਕੈਟਾਗਰੀ ਤੋਂ ਵਿੱਚੋਂ ਬਚਣਾ ਆ। ਸੋ ਹੁਣ ਗੁਰੂ ਨਾਨਕ, ਮੈਂ ਆਪਾਂ ਦੁਬਾਰਾ ਮੁੜ ਕੇ ਫੋਟੋਆਂ ਦੇ ਉੱਤੇ ਹੀ ਆਈਏ, ਤਾਂ ਮੈਂ ਪਿਛਲੀ ਐਪੀਸੋਡ ਦੇ ਵਿੱਚ ਆਪ ਸਭ ਨੂੰ ਬੇਨਤੀ ਕੀਤੀ ਸੀਗੀ ਕਿ ਜ਼ਰਾ ਸੋਚ ਕੇ ਦੇਖਿਓ ਕਿ ਇਹਨਾਂ ਫੋਟੋਗ੍ਰਾਫਸ ਨੇ ਸਾਡੇ ਨਾਲ ਕੀਤਾ ਕੀ ਆ। ਜਿਸ ਧਰਮ ਦੀ ਨੀਂਹ ਹੀ ਇਸ ਚੀਜ਼ ਦੇ ਉੱਪਰ ਰੱਖੀ ਗਈ ਸੀਗੀ ਕਿ ਜੋ ਤੈਨੂੰ ਭਾਵੇ ਉਹੀ ਸੱਚਾ ਧਰਮ ਹੈ, ਜੇ ਤੈਨੂੰ, ਕਿਉਂਕਿ ਬਾਲ ਨਾ ਕੱਟਣ ਦਾ ਮਤਲਬ ਕੀ ਆ ਕਿ ਤੇਰੇ ਹੁਕਮ ਦੇ ਵਿੱਚ ਆ, ਤੂੰ ਸਾਨੂੰ ਬਾਲਾਂ ਦੇ ਨਾਲ ਪੈਦਾ ਕੀਤਾ। ਅਸੀਂ ਆਪਣੀ ਮੱਤ ਬੁੱਧੀ ਨਹੀਂ ਲਾਵਾਂਗੇ, ਅਸੀਂ ਇਹ ਨਹੀਂ ਕਹਾਂਗੇ ਕਿ ਮੈਂ ਤਾਂ ਜ਼ਿਆਦਾ ਸੋਹਣਾ ਬਣ ਸਕਦਾ ਹਾਂ, ਹੈ ਨਾ, ਤੈਨੂੰ ਅਕਲ ਨਹੀਂ ਪ੍ਰਮਾਤਮਾ ਕਿ ਤੂੰ ਮੈਨੂੰ ਕਿੱਦਾਂ ਦਾ ਬਣਾ ਕੇ ਭੇਜਿਆ, ਮੈਂ ਆਪ ਜ਼ਿਆਦਾ ਸੋਹਣਾ ਬਣੂੰਗਾ। ਅਸੀਂ ਉਹੋ ਜਿਹਾ ਕੁਛ ਨਹੀਂ ਕਰਾਂਗੇ। ਜੋ ਤੈਨੂੰ ਪਾਉਂਦਾ, ਤੈਨੂੰ ਪਾਇਆ, ਤੂੰ ਮੈਨੂੰ ਦਾੜੀ ਦਿੱਤੀ, ਤੂੰ ਮੈਨੂੰ ਕੇਸ ਦਿੱਤੇ, ਮੈਂ ਉਹਨੂੰ ਕਦੀ ਨਹੀਂ ਕਟਾਊਂਗਾ। ਤੈਨੂੰ ਪਾਇਆ ਕਿ ਮੈਨੂੰ ਤੂੰ ਰੂਪਵਾਨ ਬਣਾਇਆ ਜਾਂ ਮੈਨੂੰ ਤੂੰ ਕਰੂਪ ਬਣਾਇਆ, ਉਹ ਉਂਝ ਹੀ ਮਨਜ਼ੂਰ ਆ। ਸੋ ਇਹ ਜੋ ਉਹਨੂੰ ਪਾਉਂਦਾ ਹੈ, ਅਸੀਂ ਉਹਦੇ ਉੱਤੇ ਹੀ ਚੱਲਾਂਗੇ। ਇਹ ਸਿੱਖੀ ਦਾ ਧਰਮ ਹੈ। ਔਰ ਉਹਨੂੰ ਪਾਉਂਦਾ ਹੈ ਕਿ ਉਹਦੇ ਹਰ ਇੱਕ ਜਿਹੜੀ ਦੁਨੀਆ ਦੇ ਵਿੱਚ ਜਿਹੜੀ ਸਾਹ ਲੈ ਰਹੀ ਜੀਵ ਹੈ, ਉਹ ਸਾਰੇ ਇੱਕੋ ਤਰ੍ਹਾਂ ਦੇ ਨਾਲ ਉਹਨਾਂ ਦੀ ਸੇਵਾ ਹੋਵੇ, ਤਾਂ ਗੁਰੂ ਪਾਤਸ਼ਾਹ ਦੇ ਧਰਮ ਦੇ ਵਿੱਚ ਰਹਿ ਕੇ ਸਾਨੂੰ ਕਰਨੀ ਪਊਗੀ। ਹੁਣ ਆਪਾਂ ਦੁਬਾਰਾ ਉਸੇ ਫੋਟੋਆਂ ਵਿੱਚ ਆਈਏ ਕਿ ਜਦੋਂ ਅਸੀਂ ਇਹਨਾਂ ਕੈਟਾਗਰੀਜ਼ ਦੇ ਵਿੱਚ ਵੰਡੇ ਜਾਂਦੇ ਹਾਂ ਨਾ, ਤਾਂ ਫਿਰ ਸਾਡੇ ਵਾਸਤੇ ਇਹ ਫੋਟੋਗ੍ਰਾਫਸ ਉਹਨਾਂ ਕੈਟਾਗਰੀਜ਼ ਵਿੱਚ ਵੰਡਣ ਦਾ ਸਾਨੂੰ ਇੱਕ ਜ਼ਰੀਆ ਮੁਹੱਈਆ ਕਰਾ ਦਿੰਦੀਆਂ ਨੇ। ਪਿਛਲੀ ਵਾਰੀ ਵੀ ਮੈਂ ਤੁਹਾਨੂੰ ਇਹ ਇੱਕ ਬੇਨਤੀ ਕੀਤੀ ਸੀਗੀ ਕਿ ਤੁਸੀਂ ਦੇਖਿਓ, ਸੋਚ ਕੇ ਦੇਖਿਓ ਕਿ ਕਿਆ ਆਪਾਂ ਗੁਰੂ ਨਾਨਕ ਪਾਤਸ਼ਾਹ ਨੂੰ, ਜਿਹੜਾ ਉਹਨਾਂ ਦਾ ਕਿਰਤੀ ਰੂਪ ਹੈ, ਜਿਹਦੇ ਵਿੱਚ ਉਹ ਹਲ ਵਾਹ ਕੇ, ਮੈਂ ਬੇਨਤੀ ਕੀਤੀ ਸੀਗੀ ਕਿ ਜਦੋਂ ਉਹਨਾਂ ਨੇ ਹਲ ਵਾਹਿਆ ਹੋਊਗਾ ਤਾਂ ਉਹਨਾਂ ਦੇ ਹੱਥ ਵੀ ਜਿਹੜੇ ਆ ਉਹਦੇ 'ਤੇ ਮਿੱਟੀ ਲੱਗੀ ਹੋਊਗੀ, ਕਿਉਂਕਿ ਫਿਰ ਮੈਂ ਉਹੀ ਗੱਲ ਕਹਿ ਰਹੀ ਹਾਂ ਕਿ ਜੇ ਚਮਤਕਾਰ ਕਰਨਾ ਹੁੰਦਾ ਤਾਂ ਫਿਰ ਉਹਨਾਂ ਨੇ ਮਨੁੱਖੀ ਜਾਮੇ 'ਚ ਆਉਣਾ ਨਹੀਂ ਸੀਗਾ। ਜੇ ਉਹ ਮਨੁੱਖੀ ਜਾਮੇ 'ਚ ਆਇਆ ਤਾਂ ਉਹਨਾਂ ਨੇ ਬਿਲਕੁਲ ਉਸੇ ਤਰੀਕੇ ਨਾਲ ਹੀ ਜੀਵਨ ਜੀ ਆਇਆ, ਮਨੁੱਖੀ ਜੀਵਨ ਨੂੰ ਮਨੁੱਖੀ ਤਰੀਕੇ ਨਾਲ ਹੀ ਜੀ ਆਇਆ, ਔਰ ਸਾਨੂੰ ਰਸਤਾ ਦਿਖਾਇਆ ਆ ਕਿ ਮਨੁੱਖੀ ਜੀਵਨ ਜੀਂਦੇ ਹੋਏ ਵੀ ਤੁਸੀਂ ਉਸ ਪਰਮਾਤਮਾ ਦੇ ਲੜ ਕਿੱਦਾਂ ਲੱਗ ਸਕਦੇ ਆ। ਹੁਣ ਉਹਨਾਂ ਦੇ ਹੱਥ ਵੀ ਮੈਲੇ ਹੋਣਗੇ, ਉਹਨਾਂ ਦੀ ਜਿਹੜੀ ਦਾੜੀ ਆ, ਹੋ ਸਕਦਾ ਉਹ ਖਿੰਡਰੀ ਵੀ ਹੋਵੇ। ਜਿਹੜਾ ਸੋਚ ਕੇ ਦੇਖਿਓ ਜੇ ਕਿ ਤੁਸੀਂ ਇਮੈਜਿਨ ਕਰੋ ਕਿ ਇਸ ਤਰ੍ਹਾਂ ਦੇ ਗੁਰੂ ਨਾਨਕ ਪਾਤਸ਼ਾਹ ਔਰ ਉਹਨਾਂ ਦਾ ਜਿਹੜਾ ਮੁੜਕੇ ਨਾਲ ਜਾਂ ਪਸੀਨੇ ਨਾਲ ਜਿਹੜਾ ਉਹਨਾਂ ਦਾ ਭਰਿਆ ਹੋਇਆ ਜਿਹੜਾ ਕੁੜਤਾ ਹੈ, ਉਹਨਾਂ ਦੀ ਬੋਡੀ ਦੇ ਨਾਲ ਲੱਗਿਆ ਹੋਊਗਾ, ਤਾਂ ਤੁਸੀਂ ਇਮੈਜਿਨ ਕਰਕੇ ਦੇਖਿਓ ਕਿ ਕਿਆ ਆਪਾਂ ਉਹੋ ਜਿਹੇ ਗੁਰੂ ਨਾਨਕ ਪਾਤਸ਼ਾਹ ਦੀ ਫੋਟੋ ਆਪਣੀ ਡਰਾਇੰਗ ਰੂਮ ਵਿੱਚ ਲਾਉਣ ਦੀ ਜ਼ਰੂਰਤ ਰੱਖਦੇ ਹਾਂ? ਸ਼ਾਇਦ ਜਵਾਬ ਆਊਗਾ ਕਿ ਨਹੀਂ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਮੂਰਤ, ਜਿਹੜੀ ਫੋਟੋ ਸਾਡੇ ਡਰਾਇੰਗ ਰੂਮ 'ਚ ਲੱਗੀ ਆ, ਉਹਦੇ ਵਿੱਚ ਤਾਂ ਉਹ ਬੜੇ ਕੋਮਲ ਹੱਥ, ਬਹੁਤ ਬਿਲਕੁਲ ਬੜੀ ਅਰੇਂਜਡ ਉਹਨਾਂ ਦੀ ਦਾੜੀ ਔਰ ਪਗੜੀ ਆ ਉਹਨਾਂ ਦੇ ਸਿਰ ਦੇ ਉੱਤੇ, ਔਰ ਉਹਦੇ ਉੱਤੇ ਵੀ ਮਾਲਾ ਹੈ, ਇੱਕ ਹੱਥ ਦੇ ਵਿੱਚ ਮਾਲਾ ਹੈ। ਹੁਣ ਇਹਦੇ ਵਿੱਚ ਹੱਥ ਦੇ ਵਿੱਚ ਮਾਲਾ ਫੜੀ ਹੈ ਤਾਂ ਉੱਥੇ ਫਿਰ ਆਪਾਂ ਹਲ ਦੀ ਮਿੱਟੀ ਕਿੱਦਾਂ ਲੱਗ ਸਕਦੀ ਆ, ਹੈ ਨਾ? ਤਾਂ ਆਪਾਂ ਉਹ ਇੱਕ ਕੈਟਾਗਰੀ ਬਣਾ ਲਈ ਕਿ ਉਹੋ ਜਿਹਾ ਹੀ ਗੁਰੂ ਨਾਨਕ ਜਿਹੜਾ ਹੈ ਨਾ, ਉਹ ਸਿੱਖਾਂ ਦਾ ਗੁਰੂ ਹੈ। ਅਤੇ ਜਿਹੜਾ ਇਹ ਗੁਰੂ ਨਾਨਕ ਹੈ, ਜਿਹਦੇ ਹੱਥ ਦੇ ਵਿੱਚ ਹੱਥ 'ਤੇ ਮਿੱਟੀ ਵੀ ਲੱਗੀ ਆ, ਮੁੜਕਾ ਵੀ ਆਇਆ, ਪਸੀਨਾ ਆਇਆ ਉਹਨੂੰ, ਉਹ ਗੁਰੂ ਨਾਨਕ ਨਹੀਂ ਹੋ ਸਕਦਾ। ਇਹ ਕੈਟਾਗਰੀ ਬਣਾ ਲਈ ਅਸੀਂ।
ਔਰ ਇਸੇ ਕੈਟਾਗਰੀ ਦੇ ਚੱਲਦਿਆਂ ਮੈਂ ਪਿਛਲੀ ਵਾਰੀ ਵੀ ਇਹੀ ਬੇਨਤੀ ਕੀਤੀ ਸੀਗੀ ਕਿ ਆਪਣੇ ਜਿਹੜੇ ਬਾਕੀ ਭੈਣ ਭਰਾ ਨੇ ਉਹਨਾਂ ਨੂੰ ਅਸੀਂ ਵਿਸਾਰਦੇ ਗਏ ਹਾਂ। ਸੋ ਸਾਨੂੰ ਇਹਨਾਂ ਕੈਟਾਗਰੀਜ਼ ਦੇ ਵਿੱਚੋਂ ਬਾਹਰ ਆਉਣ ਦੀ ਬਹੁਤ ਲੋੜ ਆ। ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਧਿਆਉਂਦੇ ਹਾਂ ਨਾ, ਜਦੋਂ ਅਸੀਂ ਇਹ ਕਹਿੰਦੇ ਹਾਂ ਗੁਰੂ ਨਾਨਕ ਲਈ ਧਿਆਏ, ਤਾਂ ਆਪਣੀ ਝੋਲੀ ਅੱਡ ਕੇ ਉਹਨਾਂ ਕੋਲੋਂ ਮੰਗਿਆ ਕਰੀਏ ਕਿ ਸਾਨੂੰ ਗੁਰੂ ਪਾਤਸ਼ਾਹ ਜਿਸ ਧਰਮ ਦੀ ਤੂੰ ਗੱਲ ਕੀਤੀ ਸੀ, ਸਾਨੂੰ ਉਹੀ ਧਰਮ ਸਾਡੀ ਝੋਲੀ ਪਾ, ਉਹੀ ਧਰਮ ਜਿਸ ਦੇ ਵਿੱਚ ਮਾਨਸ ਕੀ ਜਾਤ ਸਭ ਏਕੇ ਪਹਿਚਾਣ ਬੋ ਦੀ ਗੱਲ ਆਉਂਦੀ ਆ, ਉਹੀ ਧਰਮ ਜਿਹਦੇ ਵਿੱਚ ਚੱਲਦਿਆਂ ਤੂੰ ਇਹ ਕਹਿੰਦਾ ਆ ਕਿ ਕੋਈ ਜਾਤ ਧਰਮ ਨਹੀਂ ਹੁੰਦੀ, ਹੈ ਨਾ। ਜੇ ਜਾਤ ਧਰਮ ਦੀ ਗੱਲ ਹੈ ਤਾਂ ਫਿਰ ਉੱਥੇ ਸਿੱਖੀ ਦੀ ਗੱਲ ਨਹੀਂ ਆਉਂਦੀ। ਜਾਤ ਧਰਮ ਉਹ ਸਿਰਫ ਉਹ ਆ ਜਿਹੜੇ ਤੁਸੀਂ ਕਰਮ ਕਮਾਉਂਦੇ ਆ। ਉਹ ਗੁਰੂ ਪਾਤਸ਼ਾਹ ਜਿਹੜੀ ਉਹ ਸਿੱਖੀ ਦੀ ਮੈਨੂੰ ਦਾਤ ਬਖਸ਼ ਕਿ ਇਹਨਾਂ ਅੱਖਾਂ ਨੂੰ ਹਰ ਇੱਕ ਬੰਦਾ ਜਦੋਂ ਕੋਈ ਤੁਰਿਆ ਫਿਰਦਾ ਹੋਵੇ, ਕਿਰਤੀ ਹੋਵੇ, ਨਾਮ ਜਪਦਾ ਹੋਵੇ, ਵੰਡ ਛਕਦਾ ਹੋਵੇ, ਤਾਂ ਉਹ ਗੁਰੂ ਨਾਨਕ ਦਾ ਹੀ ਰੂਪ ਲੱਗੇ, ਉਹ ਲੱਗੇ ਕਿ ਮੇਰੇ ਗੁਰੂ ਨਾਨਕ ਪਾਤਸ਼ਾਹ ਹੀ ਵਰਤ ਰਹੇ ਨੇ। ਸੋ ਸਾਨੂੰ ਕੈਟਾਗਰੀਜ਼ ਦੇ ਵਿੱਚ ਨਹੀਂ ਵੜਨਾ ਚਾਹੀਦਾ। ਔਰ ਇਸੇ ਕਰਕੇ ਮੈਂ ਜਿਹੜੀ ਆਪਾਂ ਪਿਛਲੇ ਵਾਰੀ ਗੱਲ ਕੀਤੀ ਸੀਗੀ ਉਹਦੇ ਤੋਂ ਹੀ ਅੱਜ ਅੱਗੇ ਗੱਲ ਤੋਰੀ ਆ। ਹੁਣ ਅਗਲੀ ਗੱਲ ਆਉਂਦੀ ਆ, ਇਹ ਤਾਂ ਗੱਲ ਹੋ ਗਈ ਜਦੋਂ ਅਸੀਂ ਗੁਰੂ ਨਾਨਕ ਦੀ ਗੱਲ ਕੀਤੀ ਔਰ ਧਰਮ ਦੇ ਵੱਲੋਂ ਗੱਲ ਕੀਤੀ, ਤਾਂ ਉਦੋਂ ਅਸੀਂ ਗੁਰੂ ਪਾਤਸ਼ਾਹ ਦੇ ਕੋਲੋਂ ਝੋਲੀ ਅੱਡ ਕੇ ਕੀ ਮੰਗਿਆ। ਅਗਲੀ ਗੱਲ ਆਉਂਦੀ ਆ ਸਪਿਰਿਚੁਅਲਿਟੀ ਦੀ, ਅਧਿਆਤਮ ਦੀ। ਹੁਣ ਜਦੋਂ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਪਰਸਨੈਲਿਟੀ ਆ ਉਹਦਾ ਇਹ ਡਾਇਮੈਂਸ਼ਨ ਦੇਖਾਂਗੇ ਕਿ ਸਪਿਰਿਚੁਅਲੀ ਉਹ ਸਾਨੂੰ ਕੀ ਕਹਿੰਦੇ ਨੇ, ਸਪਿਰਿਚੁਅਲਿਟੀ ਦੇ ਵਿੱਚ ਅਸੀਂ ਉਹਨਾਂ ਕੋਲੋਂ ਕੀ ਮੰਗਣਾ, ਤਾਂ ਸਾਨੂੰ ਇਹ ਸਮਝਣਾ ਜ਼ਰੂਰੀ ਆ ਕਿ ਅਧਿਆਤਮ ਦਾ ਮਤਲਬ ਹੈ ਕੀ। ਹੁਣ ਅਧਿਆਤਮ ਦਾ ਜਿਹੜਾ ਸੰਬੰਧ ਹੈ ਉਹ ਹੈ ਆਤਮਾ ਨਾਲ, ਜਾਂ ਆਤਮਾ ਦੀ ਪਰਮਾਤਮਾ ਦੇ ਨਾਲ ਜਿਹੜੀ ਨਿਰੰਤਰਤਾ ਹੈ ਉਹਨੂੰ ਸਥਾਪਿਤ ਕਰਨ ਦੇ ਵਾਸਤੇ ਚਿੰਤਨ ਮਨਨ ਦੇ ਨਾਲ, ਉਹਦਾ ਮਤਲਬ ਅਧਿਆਤਮ ਹੈ, ਉਸ ਥੋਟ ਪ੍ਰੋਸੈਸ ਦੇ ਨਾਲ। ਤਾਂ ਉਹਦੇ ਵਾਸਤੇ ਸਾਨੂੰ ਗੁਰਬਾਣੀ ਕਹਿੰਦੀ ਹੈ, ਨਦਰ ਕਰੇ ਤਾਂ ਸਿਮਰਿਆ ਜਾਏ, ਆਤਮ ਦਰਵੇ ਰਹੇ ਲਿਵਲਾਏ, ਆਤਮਾ ਪਰਮਾਤਮਾ ਏਕੋ ਕਰੇ, ਅੰਤਰ ਕੀ ਦੁਬਿਧਾ ਅੰਤਰ ਮਰੇ, ਗੁਰ ਪ੍ਰਸਾਦੀ ਪਾਇਆ ਜਾਏ। ਹੁਣ ਇਹਦੇ ਵਿੱਚ ਇਹ ਸਪਿਰਿਚੁਅਲਿਟੀ ਦੀ ਡੈਫੀਨੇਸ਼ਨ ਹੈ ਗੁਰੂ ਨਾਨਕ ਪਾਤਸ਼ਾਹ ਜੋ ਸਾਨੂੰ ਦਿੰਦੇ ਨੇ। ਇਹਦੇ ਵਿੱਚ ਫਿਰ ਤੋਂ ਮੈਂ ਦੁਬਾਰਾ ਇਹਨੂੰ ਦੇਖਦੀ ਹਾਂ ਕਿ ਹੁਣ ਇਹਦੇ ਵਿੱਚ ਫ਼ਰਕ ਕੀ ਆ। ਜਦੋਂ ਅਸੀਂ ਇੱਕ ਤਾਂ ਹੋ ਗਿਆ ਧਰਮ, ਜਿਹਦੇ ਵਿੱਚ ਸਾਨੂੰ ਇੱਕ ਰੂਲਸ ਦੇ ਦਿੱਤੇ ਕਿ ਤੁਸੀਂ ਆਪਣਾ ਜੀਵਨ ਨਿਰਬਾਹ ਇੱਦਾਂ ਕਰਨਾ। ਦੂਜੀ ਆ ਗਈ ਸਪਿਰਿਚੁਅਲਿਟੀ, ਅਧਿਆਤਮ। ਹੁਣ ਅਧਿਆਤਮ ਦੇ ਵਿੱਚ ਸਾਨੂੰ ਇਹ ਸਰੀਰ ਦਾ ਜੋ ਇਸ ਸਰੀਰ ਨੇ ਕਰਨਾ ਨਾ, ਇਹਨੂੰ ਸਿਰਫ ਕਰਮ ਭੂਮੀ ਬਣਾਉਣਾ ਹੈ, ਔਰ ਆਤਮਾ ਨੂੰ ਉਸ ਪਰਮਾਤਮਾ ਦੇ ਨਾਲ ਜਿਹੜੀ ਨਿਰੰਤਰਤਾ ਹੈ ਉਹ ਸਥਾਪਿਤ ਕਰਨ ਵੱਲ ਚੱਲਣਾ, ਉਹ ਅਧਿਆਤਮ ਹੋ ਗਿਆ। ਹੁਣ ਇਹਦੇ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਨੇ ਨਦਰ ਕਰੇ ਤਾਂ ਸਿਮਰਿਆ ਜਾਏ। ਇਹ ਬੜੀ ਇੰਪੋਰਟੈਂਟ ਗੱਲ ਹੈ। ਦੇਖੋ, ਜੋ ਧਰਮ ਹੈ ਨਾ, ਜਿਹਦੇ ਵਿੱਚ ਆਪਾਂ ਆਲਰੇਡੀ ਗੱਲ ਕਰ ਚੁੱਕੇ, ਧਰਮ ਸਾਨੂੰ ਚੋਇਸ ਦਿੰਦਾ ਆ। ਤੁਸੀਂ ਧਰਮ ਵੱਲ ਜਾ ਵੀ ਸਕਦੇ ਆ, ਨਹੀਂ ਵੀ ਜਾ ਸਕਦੇ। ਤੁਸੀਂ ਜਦੋਂ ਅਸੀਂ ਮੰਨ ਲਓ ਕਿ ਕਿਤੇ ਨਿਕਲ ਰਹੇ ਹਾਂ ਔਰ ਸਾਡੇ ਸਾਹਮਣੇ ਇੱਕ ਕੋਈ ਜ਼ਰੂਰਤਮੰਦ ਇਨਸਾਨ ਹੈ, ਸਾਡੇ ਕੋਲ ਦੋ ਤਰੀਕੇ ਹੈ, ਦੋ ਰਸਤੇ ਹੈ। ਇੱਕ ਰਸਤਾ ਹੈ ਕਿ ਉਹਦੀ ਜ਼ਰੂਰਤਮੰਦ ਇਨਸਾਨ ਨੂੰ ਅਸੀਂ ਅੱਖੋਂ ਪਰੋਖਾ ਕਰੀਏ, ਅੱਗੇ ਨਿਕਲ ਜਾਈਏ। ਦੂਸਰਾ ਰਸਤਾ ਹੈ ਸਿੱਖੀ ਦਾ, ਜੋ ਸਾਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ। ਉਹ ਕਹਿੰਦੇ ਨੇ ਕਿ ਨਹੀਂ, ਤੂੰ ਸਿੱਖ ਹੈ, ਤੈਨੂੰ ਉਹਦੀ ਮਦਦ ਕਰਨੀ ਹੀ ਪੈਣੀ ਆ। ਸੋ ਇਹਨਾਂ ਦੋਵਾਂ ਰਸਤਿਆਂ ਦੇ ਵਿੱਚੋਂ ਚੋਇਸ ਸਾਡੀ ਆ, ਅਸੀਂ ਕਿਹੜਾ ਅਪਣਾਉਂਦੇ ਹਾਂ। ਜੇ ਤਾਂ ਅਸੀਂ ਨਿਕਲ ਜਾਂਦੇ ਹਾਂ ਤਾਂ ਫਿਰ ਅਸੀਂ ਸਿੱਖੀ ਧਰਮ ਦੇ ਵਿੱਚ ਨਹੀਂ ਹੈਗੇ, ਅਤੇ ਜੇ ਅਸੀਂ ਉਹਦੀ ਮਦਦ ਕਰਦੇ ਹਾਂ ਤਾਂ ਫਿਰ ਸਾਨੂੰ ਸਿੱਖੀ ਧਰਮ ਦੇ ਵਿੱਚ ਅਸੀਂ ਹੈਗੇ ਹਾਂ। ਇਸੇ ਤਰੀਕੇ ਨਾਲ ਹੀ ਸਾਨੂੰ ਅਸੀਂ ਕਿਤੇ ਜਾਂਦੇ ਹਾਂ ਔਰ ਅਸੀਂ ਕੋਈ ਔਰਤ ਦੇਖਦੇ ਹਾਂ, ਕੋਈ ਪਰਾਈ ਇਸਤਰੀ ਦੇਖਦੇ ਹਾਂ, ਉਹਦੇ ਬਾਰੇ ਸਾਡੇ, ਜਾਂ ਪਰਾਇਆ ਮਰਦ ਦੇਖਦੇ ਹਾਂ, ਉਹਦੇ ਬਾਰੇ ਸਾਡੇ ਦਿਮਾਗ ਦੇ ਵਿੱਚ ਦੋ ਤਰ੍ਹਾਂ ਦੇ ਵਿਚਾਰ ਹੋ ਸਕਦੇ ਆ। ਇੱਕ ਤਾਂ ਸੋਹਣਾ ਹੈ ਜਾਂ ਸੋਹਣੀ ਆ, ਬਹੁਤ ਵਧੀਆ ਗੱਲ ਆ, ਉਹ ਤੁਸੀਂ ਕਿਸੇ ਚੀਜ਼ ਨੂੰ ਅਪਰੀਸ਼ੀਏਟ ਕਰ ਰਹੇ ਹੋ, ਦੈਟ ਇਜ਼ ਅ ਡਿਫਰੈਂਟ ਥਿੰਗ। ਪਰ ਤੁਹਾਡੇ ਦਿਲ ਦੇ ਵਿੱਚ ਉਹਦੇ ਲਈ ਇੱਕ ਵਾਸਨਾ ਆ ਜਾਂਦੀ ਹੈ ਕਿ ਇਹ ਤਾਂ ਮੇਰੇ ਕੋਲ ਹੋਣਾ ਚਾਹੀਦਾ ਸੀਗਾ। ਦੂਜੇ ਪਾਸੇ ਸਿੱਖੀ ਦਾ ਜਿਹੜਾ ਧਰਮ ਹੈ, ਜੋ ਗੁਰੂ ਨਾਨਕ ਪਾਤਸ਼ਾਹ ਸਾਨੂੰ ਸਿਖਾਉਂਦੇ, ਉਹ ਕਹਿੰਦੇ ਆ ਕਿ ਨਹੀਂ, ਪਰਾਈ ਜਿਹੜੀ ਆ ਉਹਨੂੰ ਆਪਣੀ ਧੀਆਂ ਭੈਣਾਂ ਮਾਵਾਂ ਜਾਣ। ਉਹ ਇਸ ਤਰੀਕੇ ਨਾਲ ਕਹਿੰਦੇ ਆ। ਹੁਣ ਦੋਨਾਂ ਰਸਤਿਆਂ ਦੇ ਵਿੱਚ ਚੋਇਸ ਮੇਰੇ ਕੋਲੇ ਆ, ਮੈਂ ਦੋਨਾਂ ਦੇ ਵਿੱਚੋਂ ਜਿਹੜਾ ਮਰਜ਼ੀ ਇੱਕ ਰਸਤਾ ਲੈ ਸਕਦੀ ਹਾਂ। ਜੇ ਮੈਂ ਉਸ ਰਸਤੇ 'ਤੇ ਜਾਂਦੀ ਹਾਂ ਤਾਂ ਮੈਂ ਸਿੱਖੀ ਤੋਂ ਦੂਰ ਹਾਂ। ਜੇ ਮੈਂ ਇਸ ਰਸਤੇ ਨੂੰ ਅਪਣਾ ਲੈਂਦੀ ਹਾਂ ਜਿਹਦੇ ਵਿੱਚ ਧੀਆਂ ਭੈਣਾਂ ਮਾਵਾਂ ਜਾਣਦੀ ਹਾਂ, ਜਾਂ ਉਸੇ ਤਰੀਕੇ ਨਾਲ ਹੀ ਮੈਂ ਉਹਦਾ ਵਿਪਰੀਤ ਅਰਥੀ ਸ਼ਬਦ ਜਿਹੜੇ ਆਦਮੀਆਂ ਵਾਸਤੇ ਲਗਾ ਦਈਏ, ਤਾਂ ਅਗਰ ਮੈਂ ਉਸ ਤਰੀਕੇ ਨਾਲ ਜਾਣਦੀ, ਫਿਰ ਮੈਂ ਸਿੱਖੀ ਧਰਮ ਦੇ ਵਿੱਚ ਹਾਂ। ਸੋ ਧਰਮ ਸਾਨੂੰ ਚੋਇਸ ਦਿੰਦਾ। ਜਿਹੜੀ ਆਪਾਂ ਇੱਕ ਅਕਸਰ ਗੱਲ ਵੀ ਬਾਰ ਆਉਂਦੀ ਹੈ ਨਾ, ਕਿ ਜੇ ਸਾਰੀ ਦੁਨੀਆ ਦੇ ਜਿਹੜੇ ਇਨਸਾਨ ਨੇ ਉਹ ਪਰਮਾਤਮਾ ਨੇ ਬਣਾਏ ਆ, ਤਾਂ ਫਿਰ ਇਹ
ਭੇਦ ਭਾਵ ਇਹ ਕਿੱਦਾਂ ਆ ਗਏ? ਤਾਂ ਉਹ ਇੱਦਾਂ ਹੀ ਆ ਜਾਂਦੇ ਨੇ, ਕਿਉਂਕਿ ਜਦੋਂ ਆਪਾਂ ਆਪਣੇ ਧਰਮ ਦੇ ਉੱਤੇ ਚੱਲਦੇ ਹੋਏ ਜਿਹੜਾ ਵੀ ਰਸਤਾ ਅਪਣਾਉਂਦੇ ਆ ਨਾ, ਉਹ ਚੋਇਸ ਸਾਡੀ ਹੁੰਦੀ ਆ। ਔਰ ਫਿਰ ਉਹੀ ਗੱਲ ਆਉਂਦੀ ਹੈ ਕਿ ਕਰਮ ਉਦੋਂ ਬਣ ਜਾਂਦੇ ਆ ਜਦੋਂ ਆਪਾਂ ਇਹ ਸੋਚਦੇ ਹਾਂ ਕਿ ਮੈਂ ਹੀ ਕਰਨਾ ਆ, ਅੱਜ ਮੇਰੇ ਕੋਲ ਪਾਵਰ ਹੈ। ਤਪੋ ਰਾਜ ਰਾਜੋ ਨਰਕ ਇਸੇ ਕਰਕੇ ਕਿਹਾ ਗਿਆ, ਕਿਉਂਕਿ ਤਪ ਜਦੋਂ ਤੁਸੀਂ ਕੀਤਾ ਪਰਮਾਤਮਾ ਦੇ ਨਾਲ ਤੇ ਤੁਹਾਨੂੰ ਰਾਜ ਤਾਂ ਮਿਲ ਗਿਆ। ਹੁਣ ਰਾਜ ਦੇ ਉੱਤੇ ਬੈਠ ਕੇ ਤੁਸੀਂ ਆਪਣਾ ਧਰਮ ਨਿਭਾਇਆ ਕਿ ਤੁਸੀਂ ਸਿਰਫ ਕਰਮ ਇਕੱਠੇ ਕੀਤੇ, ਇਹ ਡਿਪੈਂਡ ਕਰੂਗਾ। ਜੇ ਤਾਂ ਤੁਸੀਂ ਸਿਰਫ ਕਰਮ ਇਕੱਠੇ ਕੀਤੇ ਆ ਤਾਂ ਫਿਰ ਉਸ ਤੋਂ ਬਾਅਦ ਵਾਲਾ ਜਿਹੜਾ ਆਉਣਾ ਉਹ ਨਰਕ ਆਉਣਾ ਆ। ਅਤੇ ਉਦੋਂ ਜਦੋਂ ਤੁਸੀਂ ਨਰਕ ਵਾਲੀ ਜਿਹੜੀ ਉਹ ਸਥਿਤੀ ਹੋਣੀ ਆ, ਤਾਂ ਉਦੋਂ ਲੋਕਾਂ ਨੇ ਤਰਸ ਵੀ ਕਰਨਾ ਕਿ ਵਿਚਾਰੇ ਹੈ ਨਾ, ਇਹ ਵਿਚਾਰਾ ਬੰਦਾ। ਪਰ ਖੈਰ ਸਿੱਖ ਲਈ ਹੁਕਮ ਆ ਕਿ ਤੂੰ ਉਸ ਬੰਦੇ ਦੀ ਵੀ ਮਦਦ ਕਰਨੀ, ਜੇ ਉਹਨੇ ਤੇਰੇ ਕੋਲੋਂ ਮਦਦ ਮੰਗ ਲਈ ਹੈ ਤਾਂ ਤੈਨੂੰ ਕਰਨੀ ਪੈਣੀ ਆ। ਸੋ ਇਹ ਜਿਹੜੀਆਂ ਗੱਲਾਂ ਨੇ ਨਾ, ਉਹ ਕਰਮ ਆਪਾਂ ਇਕੱਠੇ ਕਦੋਂ ਕਰਦੇ ਹਾਂ, ਕਿਵੇਂ ਕਰਦੇ ਹਾਂ? ਤੁਹਾਡੇ ਕੋਲ ਦੋ ਮਾਰਗ ਨੇ, ਦੋਵਾਂ ਦੇ ਵਿੱਚੋਂ ਜੇ ਤਾਂ ਤੁਸੀਂ ਧਰਮ ਦੇ ਉੱਤੇ ਆ, ਸਿੱਖੀ ਦੀ ਗੱਲ ਕਰ ਰਹੀ ਹਾਂ ਮੈਂ ਸਿਰਫ, ਜੇ ਤਾਂ ਤੁਸੀਂ ਆਪਣੇ ਗੁਰੂ ਨਾਨਕ ਦੇ ਨਿਯਮਾਂ ਦੇ ਉੱਤੇ ਚੱਲਣ ਨੂੰ ਤਿਆਰ ਆ, ਤੁਸੀਂ ਧਰਮ ਦੇ ਵਿੱਚ ਆ। ਅਗਰ ਤੁਸੀਂ ਉਹਨਾਂ ਜੋ ਗੁਰੂ ਨਾਨਕ ਦੇ ਨਿਯਮ ਨੇ ਉਹਨਾਂ ਤੋਂ ਮੁਨਕਰ ਹੋ ਜਾਂਦੇ ਆ, ਤਾਂ ਫਿਰ ਤੁਸੀਂ ਸਿੱਖ ਧਰਮ ਦੇ ਉੱਤੇ ਨਹੀਂ ਚੱਲ ਰਹੇ, ਸਿੱਖੀ ਦੇ ਧਰਮ ਦੇ ਉੱਤੇ ਤੁਸੀਂ ਨਹੀਂ ਚੱਲ ਰਹੇ। ਤੋ ਇਹ ਤਾਂ ਗੱਲ ਹੋ ਗਈ ਧਰਮ ਦੀ। ਹੁਣ ਜਦੋਂ ਆਪਾਂ ਅਧਿਆਤਮ ਦੀ ਗੱਲ ਕਰ ਰਹੇ ਹਾਂ, ਅਧਿਆਤਮ ਦੇ ਵਿੱਚ ਤੁਹਾਡੇ ਕੋਲ ਚੋਇਸ ਕੋਈ ਨਹੀਂ ਹੁੰਦੀ, ਜਾਂ ਆਪਣੇ ਕੋਲ ਚੋਇਸ ਕੋਈ ਨਹੀਂ ਹੁੰਦੀ। ਅਧਿਆਤਮ ਦਾ ਮਤਲਬ ਇਹੀ ਹੈ ਕਿ ਉਹ ਗੁਰੂ ਪਾਤਸ਼ਾਹ ਕਹਿੰਦੇ ਨੇ, ਨਦਰ ਕਰੇ ਤਾਂ ਸਿਮਰਿਆ ਜਾਏ, ਕਿ ਜੇ ਉਸ ਪਰਮਾਤਮਾ ਦੀ ਮਿਹਰ ਹੋਈ ਤੇਰੇ ਉੱਤੇ, ਜੀਵ ਆਤਮਾ ਦੇ ਉੱਤੇ, ਤਾਂ ਫਿਰ ਉਹ ਸਿਮਰ ਸਕਦਾ ਉਸ ਪਰਮਾਤਮਾ ਨੂੰ। ਉਹਦੇ ਵਿੱਚ ਉਹਦਾ ਆਪਣਾ ਮਰਜ਼ੀ ਕੋਈ ਨਹੀਂ ਕਿ ਮੇਰੀ ਮਰਜ਼ੀ ਆ ਮੈਂ ਸਿਮਰਾਂ ਜਾਂ ਨਾ ਸਿਮਰਾਂ, ਇਹ ਨਹੀਂ ਹੋਣਾ। ਧਰਮ ਦੇ ਵਿੱਚ ਤਾਂ ਤੁਹਾਡੇ ਕੋਲ ਚੋਇਸ ਹੈਗੀ ਆ ਕਿ ਤੁਸੀਂ ਧਰਮ ਦੇ ਵਿੱਚ ਕਿਹੜਾ ਰਾਹ ਅਪਣਾਉਂਦੇ ਹੋ, ਪਰ ਅਧਿਆਤਮ ਦੇ ਵਿੱਚ ਆਪਣੇ ਕੋਲ ਚੋਇਸ ਨਹੀਂ। ਅਧਿਆਤਮ ਦੇ ਵਿੱਚ ਸਿਰਫ ਇੱਕੋ ਹੀ ਰਾਹ ਆ ਕਿ ਆਪਣੇ ਇਸ ਸਰੀਰ ਨੂੰ, ਇਸ ਕਰਮ ਭੂਮੀ ਨੂੰ ਧਰਮ ਦੇ ਸੱਚੇ ਮਾਰਗ ਦੇ ਉੱਤੇ ਚੱਲਦਿਆਂ ਇਸ ਲਾਇਕ ਬਣਾ ਲਈਏ ਕਿ ਉਸ ਪਰਮਾਤਮਾ ਦੀ ਨਜ਼ਰ ਹੋਵੇ ਅਤੇ ਅਸੀਂ ਉਹਨੂੰ ਸਿਮਰ ਸਕੀਏ। ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਆ। ਸੋ ਜਿਹੜਾ ਧਰਮ ਅਤੇ ਅਧਿਆਤਮ ਇੱਕ ਤਰ੍ਹਾਂ ਨਾਲ ਦੋ ਅਲੱਗ-ਅਲੱਗ ਚੀਜ਼ਾਂ ਜ਼ਰੂਰ ਨੇ, ਪਰ ਜੁੜੀਆਂ ਹੋਈਆਂ ਵੀ ਨੇ। ਇਸ ਚੀਜ਼ ਨੂੰ ਥੋੜ੍ਹਾ ਜਿਹਾ ਟੀਡੀਐਸ ਹੈ, ਪਰ ਇਹਨੂੰ ਸਮਝਣਾ ਜ਼ਰੂਰੀ ਆ। ਫਿਰ ਅਗਲੀ ਗੱਲ ਗੁਰੂ ਪਾਤਸ਼ਾਹ ਕਰਦੇ ਨੇ, ਆਤਮ ਦਰਵੇ ਰਹੇ ਲਿਵਲਾਏ, ਆਤਮਾ ਪਰਮਾਤਮਾ ਏਕੋ ਕਰੇ, ਕਿ ਜਦੋਂ ਉਸ ਦੀ ਨਜ਼ਰ ਹੋ ਗਈ ਔਰ ਜੀਵ ਆਤਮਾ ਨੇ ਉਸ ਨੂੰ ਸਿਮਰਨਾ ਸ਼ੁਰੂ ਕਰ ਦਿੱਤਾ, ਫਿਰ ਆਤਮਾ ਜਿਹੜੀ ਉਹ ਸੌਫਨ ਹੋ ਜਾਂਦੀ ਹੈ, ਸੌਫਟ ਹੋਣੀ ਸ਼ੁਰੂ ਹੋ ਜਾਂਦੀ ਹੈ, ਔਰ ਉਹਦੇ ਨਾਲ ਉਹਦਾ ਲਿਵ ਲੱਗਣੀ ਸ਼ੁਰੂ ਹੋ ਜਾਂਦੀ ਹੈ। ਔਰ ਉਸ ਤੋਂ ਅਗਲਾ ਸਟੈਪ ਕੀ ਆ? ਆਤਮਾ ਪਰਮਾਤਮਾ ਇੱਕੋ ਕਰੇ, ਫਿਰ ਉਹ ਜਿਹੜੀ ਨਿਰੰਤਰਤਾ ਹੈ ਉਹ ਸਥਾਪਿਤ ਹੋ ਜਾਂਦੀ ਹੈ। ਔਰ ਉਹੀ ਅਧਿਆਤਮ ਦਾ ਜਿਹੜਾ ਹੈ ਉਹ ਤੁਹਾਡਾ ਜਿਹਨੂੰ ਆਪਾਂ ਕਹੀਏ ਕਿ ਇੱਕ ਬਹੁਤ ਵੱਡਾ ਸਟੈਪ ਆ, ਬਹੁਤ ਵੱਡਾ ਗੋਲ ਆ ਜੋ ਅਚੀਵ ਕਰਨਾ ਸੀ। ਅੰਤਰ ਕੀ ਦੁਬਿਧਾ ਅੰਤਰ ਮਰੇ, ਫਿਰ ਤੁਹਾਡੇ ਅੰਦਰ, ਕਿਉਂਕਿ ਜਦੋਂ ਆਤਮਾ ਪਰਮਾਤਮਾ ਇੱਕ ਹੋ ਗਏ ਫਿਰ ਦੁਬਿਧਾ ਨਹੀਂ ਰਹਿਣੀ। ਔਰ ਜਿੱਥੇ ਦੁਬਿਧਾ ਨਹੀਂ ਰਹਿੰਦੀ, ਉਹ ਜਿਹੜੀ ਸਥਿਤੀ ਹੈ ਉਹ ਕਦੋਂ ਮਿਲਦੀ ਆ? ਗੁਰ ਪ੍ਰਸਾਦੀ ਪਾਇਆ ਜਾਏ, ਉਹ ਗੁਰੂ ਦੇ ਕਿਰਪਾ ਨਾਲ, ਗੁਰੂ ਦੇ ਪ੍ਰਸਾਦ ਨਾਲ ਹੀ ਮਿਲ ਸਕਦਾ ਆ। ਹੁਣ ਇੱਥੇ ਜਿਹੜਾ ਅੱਖਰ ਗੁਰੂ ਹੈ, ਆਪਾਂ ਇਹਦੇ ਉੱਤੇ ਬਹੁਤ ਲੰਬੀ ਡਿਸਕਸ਼ਨ ਕਰ ਆਏ ਪਹਿਲਾਂ। ਬਹੁਤ ਜਦੋਂ ਆਪਾਂ ਵਾਹਿਗੁਰੂ ਦੀ ਗੱਲ ਕੀਤੀ ਸੀਗੀ ਅਤੇ ਇਹਦੀ ਪੂਰਾ ਮੈਂ ਇੱਕ ਐਪੀਸੋਡ ਲਾਇਆ ਸੀਗਾ ਗੁਰੂ ਦੇ ਉੱਤੇ ਹੀ। ਤਾਂ ਸਿੱਖਾਂ ਦਾ ਗੁਰੂ, ਦੇਖੋ ਕਿਸੇ ਦਾ ਗੁਰੂ ਕੋਈ ਵੀ ਹੋ ਸਕਦਾ, ਪਰ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਹੈ, ਉਹੀ ਰਹਿਣਗੇ। ਕਿਸੇ ਵੀ ਸਿੱਖ ਦੇ ਮਨ ਦੇ ਵਿੱਚ ਅਗਰ ਇਹ ਗੱਲ ਆਉਂਦੀ ਆ ਕਿ ਨਹੀਂ ਮੈਨੂੰ ਦੇਹਧਾਰੀ ਗੁਰੂ ਚਾਹੀਦਾ ਆ, ਤਾਂ ਫਿਰ ਉਹ ਸਮਝ ਲਈਏ ਆਪਾਂ ਕਿ ਆਪਾਂ ਹਜੇ ਸਿੱਖੀ ਤੋਂ ਬਹੁਤ ਦੂਰ ਆ। ਫਿਰ ਹਜੇ ਸਾਡੇ ਵੱਲ ਸਿੱਖੀ ਵੱਲ ਤਾਂ ਅਸੀਂ ਪੈਰ ਵੀ ਨਹੀਂ ਚੱਕਿਆ, ਫਿਰ ਹਜੇ ਬਹੁਤ ਦੂਰ ਦੀ ਗੱਲ ਆ। ਇਸ ਕਰਕੇ ਜਦੋਂ ਗੁਰਪ੍ਰਸਾਦੀ, ਮੈਨੂੰ ਇਹ ਜਿਹੜਾ ਅੱਖਰ ਬੋਲਦੇ ਆ ਨਾ, ਉਹ ਡਰ ਲੱਗਣ ਲੱਗ ਜਾਂਦਾ। ਕਿਉਂਕਿ ਬਹੁਤ ਸਾਰੇ ਲੋਕ ਸਾਡੇ ਜਿਹੜੇ ਨੇ ਉਹ ਗੁੰਮਰਾਹ ਹੀ ਇਸੇ ਤਰੀਕੇ ਨਾਲ ਹੋਏ ਆ, ਕਿਉਂਕਿ ਬਾਣੀ ਵਿੱਚ ਬਾਰ-ਬਾਰ ਗੁਰੂ ਦੀ ਮਹਿਮਾ ਗਾਈ ਗਈ ਆ। ਗੁਰਬਾਣੀ ਵਿੱਚ ਬਾਰ-ਬਾਰ ਇਹ ਕਿਹਾ ਗਿਆ ਕਿ ਗੁਰੂ ਦੇ ਹੁਕਮ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਇਹ ਬਾਰ-ਬਾਰ ਗੱਲ ਆਉਂਦੀ ਆ। ਅਤੇ ਜਿਹੜੇ ਬਹੁਤ ਚਲਾਕ ਲੋਕ ਨੇ ਨਾ, ਉਹਨਾਂ ਨੇ ਕੀ ਕੀਤਾ ਹੈ ਕਿ ਉਹਨਾਂ ਨੇ ਅੱਧੀਆਂ ਚੀਜ਼ਾਂ ਨੂੰ, ਇੱਕ ਤੁਕ ਨੂੰ ਲੈ ਕੇ ਤਾਂ ਲੋਕਾਂ ਨੂੰ, ਜਿਹੜੇ ਭੋਲੇ ਭਾਲੇ ਜਾਂ ਇਹ ਕਹਿ ਲਈਏ ਕਿ ਜਿਹੜੇ ਪੜ੍ਹਦੇ ਨਹੀਂ ਆਪ, ਉਹਨਾਂ ਨੂੰ ਇਹ ਦੱਸਣਾ ਸ਼ੁਰੂ ਕੀਤਾ ਕਿ ਆਹ ਦੇਖੋ ਗੁਰਬਾਣੀ ਤਾਂ ਕਹਿੰਦੀ ਆ ਕਿ ਗੁਰੂ ਦੀ ਲੋੜ ਆ, ਗੁਰਬਾਣੀ ਤਾਂ ਕਹਿੰਦੀ ਆ ਕਿ ਗੁਰੂ ਤੋਂ ਬਿਨਾਂ ਤੁਸੀਂ ਪਰਮਾਤਮਾ ਨੂੰ ਪਾ ਨਹੀਂ ਸਕਦੇ। ਤਾਂ ਉਹ ਜਿਹੜੇ ਵਿਚਾਰੇ, ਜਿਹੜੇ ਭੋਲੀ ਜਨਤਾ ਕਹਿ ਲਈਏ ਜਾਂ ਇਹ ਕਹਿ ਲਈਏ ਕਿ ਜਿਹੜੇ ਆਪਣੇ ਉੱਤੇ ਇੰਨਾ ਕਸ਼ਟ ਨਹੀਂ ਝੱਲਦੇ ਕਿ ਅਸੀਂ ਆਪ ਵੀ ਤਾਂ ਸਮਝੀਏ ਗੁਰੂ ਸਾਡਾ ਕਹਿੰਦਾ ਕੀ ਆ,
ਤਾਂ ਉਹ ਲੋਕ ਵਾਕਈ ਉਹਨਾਂ ਨੂੰ ਮੰਨ ਕੇ ਔਰ ਉਹ ਗੁਰੂਡਮ ਜਿਹੜਾ ਦੇਹਧਾਰੀ ਗੁਰੂਆਂ ਦੇ ਪਿੱਛੇ ਉਹ ਚੱਲਦੇ ਨੇ, ਫਿਰ ਉਹ ਹੋਣਾ ਸ਼ੁਰੂ ਹੋ ਜਾਂਦੇ ਨੇ। ਪਰ ਇੱਥੇ ਮੈਂ ਸਾਫ਼ ਸਪਸ਼ਟ ਕਹਿ ਦਿਆਂ ਕਿ ਪੂਰੀ ਗੁਰਬਾਣੀ ਦੇ ਵਿੱਚ ਜਿੱਥੇ ਜਿੱਥੇ ਵੀ ਗੁਰੂ ਸ਼ਬਦ ਦੀ ਗੱਲ ਆਉਂਦੀ ਆ, ਬੇਸਿਕਲੀ ਉਹ ਸਿਰਫ ਅਤੇ ਸਿਰਫ ਸ਼ਬਦ ਗੁਰੂ ਦੀ ਗੱਲ ਕਰ ਰਹੇ ਆ। ਉਹਦਾ ਕਾਰਨ ਕੀ ਆ? ਕਿਉਂਕਿ ਗੁਰੂ ਕਦੀ ਵੀ ਆਪਣਾ ਕਿਹਾ ਨਹੀਂ ਕੱਟਦਾ ਹੁੰਦਾ। ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਹਿ ਦਿੱਤਾ ਕਿ ਗੁਰੂ ਮਾਨਿਓ ਗ੍ਰੰਥ, ਤਾਂ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਗੱਲ ਥੋੜ੍ਹੀ ਕੱਟਣਗੇ, ਹੈ ਨਾ। ਆਪਾਂ ਇਹਨੂੰ ਮੋਟੇ ਤਰੀਕੇ ਨਾਲ ਲਾਗੂ ਕਰ ਲਈਏ। ਇਸ ਤੋਂ ਵੀ ਅਗਰ ਤੁਸੀਂ ਹੋਰ ਜਾਣਨਾ ਹੈ ਜਾਂ ਕਿਸੇ ਕੋਲੋਂ ਮਿਸ ਹੋ ਗਏ ਨੇ ਕੋਈ ਐਪੀਸੋਡਸ, ਤਾਂ ਉਹ ਜਿਹੜਾ ਮੈਂ ਵਾਹਿਗੁਰੂ ਵਾਲੀ ਆਪਾਂ ਗੱਲ ਕੀਤੀ ਸੀਗੀ, ਉਹਦੇ ਵਿੱਚ ਗੁਰੂ ਦੀ ਡੈਫੀਨੇਸ਼ਨ ਸਿੱਖੀ ਦੇ ਆਧਾਰ ਦੇ ਉੱਤੇ ਕੀ ਆ, ਉਹ ਆਪਾਂ ਬੜਾ ਖੁੱਲ੍ਹ ਕੇ ਉਹਦੇ ਬਾਰੇ ਡਿਸਕਸ਼ਨ ਕੀਤੀ ਸੀਗੀ। ਉਹ ਦੁਬਾਰਾ ਰੈਫਰ ਕਰ ਲਿਓ। ਜਿੱਥੇ ਵੀ ਗੁਰੂ ਦੀ ਗੱਲ ਆਊਗੀ ਉੱਥੇ ਆਪਾਂ ਸ਼ਬਦ ਗੁਰੂ ਦੀ ਗੱਲ ਹੀ ਕਰ ਰਹੇ ਹਾਂ। ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਕਰ ਰਹੀ ਹਾਂ ਮੈਂ, ਹੋਰ ਦੂਜਾ ਤੀਜਾ ਕੋਈ ਗੁਰੂ ਦੀ ਮੈਂ ਕਦੀ ਗੱਲ ਨਹੀਂ ਕਰੂੰਗੀ। ਸੋ ਦੁਬਾਰਾ ਉਸੇ ਜਗ੍ਹਾ 'ਤੇ ਆਉਂਦੇ ਹਾਂ ਕਿ ਜਿਹੜੀ ਸਪਿਰਿਚੁਅਲਿਟੀ ਹੈ, ਜਦੋਂ ਆਪਾਂ ਧਰਮ ਦੀ ਗੱਲ ਕਰਾਂਗੇ ਤਾਂ ਉਹ ਧਰਮ ਸਾਨੂੰ ਦੋ ਮਾਰਗ ਦਿਖਾਊਗਾ। ਇੱਕ ਉਹ ਮਾਰਗ ਜੋ ਸਾਡੇ ਗੁਰੂ ਨੇ, ਮਤਲਬ ਸਾਡੇ ਸਾਹਮਣੇ ਦੋ ਮਾਰਗ ਹੋਣਗੇ। ਇੱਕ ਮਾਰਗ ਉਹ ਜਿਹੜਾ ਅਵੇਲੇਬਲ ਹੈ, ਦੂਸਰਾ ਮਾਰਗ ਉਹ ਜੋ ਸਾਡੇ ਗੁਰੂ ਨੇ ਸਾਡੇ ਲਈ ਨਿਰਧਾਰਿਤ ਕੀਤਾ ਹੈ, ਔਰ ਉਹ ਸਾਡਾ ਧਰਮ ਹੈ। ਹੁਣ ਸਾਡੇ 'ਤੇ ਡਿਪੈਂਡ ਕਰਦਾ ਕਿ ਅਸੀਂ ਦੋਵਾਂ ਦੇ ਵਿੱਚੋਂ ਕਿਹੜਾ ਚੂਜ਼ ਕਰਦੇ ਹਾਂ। ਜਿਹੜਾ ਅਸੀਂ ਚੂਜ਼ ਕਰਾਂਗੇ ਉਹਦੇ ਅਕੋਰਡਿੰਗ ਸਾਡੇ ਜਾਂ ਤਾਂ ਉਹ ਕਰਮ ਹੋਣਗੇ ਅਤੇ ਜਾਂ ਉਹ ਧਰਮ ਹੋਊਗਾ। ਜੇ ਤਾਂ ਉਹ ਧਰਮ ਆ ਤਾਂ ਫਿਰ ਅਸੀਂ ਆਪਣੇ ਗੁਰੂ ਦੇ ਕਹਿਣੇ ਦੇ ਵਿੱਚ ਆ। ਜੇ ਉਹ ਅਸੀਂ ਆਪਣੇ ਕਰਮ ਇਕੱਠੇ ਕਰ ਰਹੇ ਹਾਂ ਤਾਂ ਫਿਰ ਸਾਡੀ ਮਰਜ਼ੀ ਆ। ਸਪਿਰਿਚੁਅਲਿਟੀ ਦੇ ਵਿੱਚ ਜਿਹੜੀ ਆ, ਅਧਿਆਤਮ ਦੇ ਵਿੱਚ ਸਾਡੇ ਕੋਲ ਕੋਈ ਚੋਇਸ ਨਹੀਂ ਹੈਗੀ। ਅਸੀਂ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦੇ। ਉਹ ਉਦੋਂ ਹੋਣਾ ਆ ਜਦੋਂ ਅਸੀਂ ਇਸ ਕਾਬਲ ਹੋ ਗਏ। ਹੁਣ ਉਹਦਾ ਇੱਕ ਕਾਰਨ ਕੀ ਹੈ, ਇੱਕ ਤਰੀਕਾ ਕੀ ਆ ਇਹਨੂੰ ਸਮਝਣ ਦਾ। ਜਦੋਂ ਇੱਕ ਬਹੁਤ ਪੁਰਾਣੀ ਇੱਕ ਕਹਾਣੀ ਵੀ ਆ, ਸ਼ਾਇਦ ਤੁਸੀਂ ਸੁਣੀ ਵੀ ਹੋਊਗੀ, ਮੈਂ ਉਹਨੂੰ ਇੱਕ ਵਾਰੀ ਦੁਬਾਰਾ ਦੁਹਰਾਉਂਦੀ ਹਾਂ। ਕਿਸੇ ਜ਼ੈਨ ਮਾਸਟਰ ਦੇ ਕੋਲ ਕੋਈ ਇੱਕ ਸ਼ਿਸ਼ ਜਿਹੜਾ ਉਹ ਜਾਂਦਾ ਹੈ, ਔਰ ਉਹ ਜਾ ਕੇ ਉਹਨਾਂ ਨੂੰ ਕਹਿੰਦਾ ਕਿ ਮੈਂ ਤੁਹਾਡਾ ਸ਼ਿਸ਼ ਬਣਨਾ ਚਾਹੁੰਦਾ, ਮੈਂ ਤੁਹਾਡਾ ਡਿਸਾਈਪਲ ਬਣਨਾ ਚਾਹੁੰਦਾ। ਤਾਂ ਉਹਦੇ ਵੱਲ ਦੇਖਦੇ ਆ ਉਹ ਜਿਹੜੇ ਜ਼ੈਨ ਮਾਸਟਰ ਨੇ, ਉਹ ਦੇਖਦੇ ਨੇ, ਔਰ ਉਹ ਦੇਖ ਕੇ ਉਹ ਕਹਿੰਦੇ ਕਿ ਨਹੀਂ ਤੂੰ ਦੁਬਾਰਾ ਆਈ। ਉਹ ਫਿਰ ਜਾਂਦਾ, ਉਹ ਕਹਿੰਦਾ ਜੀ ਹੁਣ ਬਣਾ ਲਓ। ਉਹ ਕਹਿੰਦੇ ਨਹੀਂ ਹਜੇ ਨਹੀਂ, ਤੂੰ ਦੁਬਾਰਾ ਆਈ। ਉਹ ਫਿਰ ਤੀਸਰੀ, ਚੌਥੀ, ਪੰਜਵੀਂ, ਛੇਵੀਂ, ਆਖਿਰਕਾਰ ਉਹ ਅੱਕ ਜਾਂਦਾ ਹੈ। ਅਤੇ ਉਹ ਜਾ ਕੇ ਜਦੋਂ ਫਿਰ ਜਾਂਦਾ, ਕਹਿੰਦਾ ਅੱਜ ਮੈਂ ਆਰ ਪਾਰ ਕਰਨੀ ਹੈ। ਬਾਏ ਚਾਂਸ ਉੱਥੇ ਜ਼ੈਨ ਮਾਸਟਰ ਦੇ ਕੋਲ ਇੱਕ ਹੋਰ ਕੋਈ ਬੈਠਾ ਹੁੰਦਾ ਆ। ਹੁਣ ਉਹ ਜਿਹੜਾ ਬੈਠਾ ਆ ਉਹ ਅੱਜ ਪਹਿਲੀ ਵਾਰੀ ਆਇਆ, ਤਾਂ ਉਹ ਜਾ ਕੇ ਉਹਨਾਂ ਨੂੰ ਕਹਿੰਦਾ ਜੀ ਮੈਂ ਤੁਹਾਡਾ ਸ਼ਿਸ਼ ਬਣਨਾ। ਅਤੇ ਉਹ ਕਹਿੰਦੇ ਜੀ ਬੈਠੋ। ਅਤੇ ਉਹ ਉਸੇ ਵੇਲੇ ਉਹਨੂੰ ਕਹਿੰਦੇ ਕਿ ਅੱਜ ਤੋਂ ਤੂੰ ਮੇਰਾ ਸ਼ਿਸ਼ ਹੋਇਆ। ਅਤੇ ਉਹ ਜਿਹੜਾ ਦੂਸਰਾ ਜਿਹੜਾ ਮੇਰੇ ਵਰਗਾ ਪਹਿਲੇ ਦਿਨ ਤੋਂ ਜਾ ਰਿਹਾ ਸੀ ਨਾ, ਉਹ ਜਦੋਂ ਉਹਨਾਂ ਨੂੰ ਪੁੱਛਦਾ ਹੈ ਕਿ ਇਹ ਕੀ ਮਤਲਬ, ਮੈਂ ਤਾਂ ਤੁਹਾਡੇ ਕੋਲ ਇੰਨੀ ਵਾਰੀ ਆਇਆ, ਜੋ ਤੁਸੀਂ ਕਿਹਾ ਮੈਂ ਕਰਦਾ ਵੀ ਰਿਹਾ, ਫਿਰ ਤੁਸੀਂ ਅੱਜ ਪਹਿਲੀ ਵਾਰੀ ਆਇਆ, ਇਹਨੂੰ ਕੋਈ ਤੁਸੀਂ ਕੰਮ ਵੀ ਨਹੀਂ ਦਿੱਤਾ, ਕੁਛ ਨਹੀਂ ਕਿਹਾ, ਇਹਨੂੰ ਤੁਸੀਂ ਇੰਝ ਹੀ ਆਪਣਾ ਸ਼ਿਸ਼ ਬਣਾ ਲਿਆ, ਇਹ ਕੀ ਗੱਲ, ਇਹ ਅਨਿਆਏ ਕਿਉਂ? ਤਾਂ ਉਹ ਕਹਿੰਦੇ ਕੋਈ ਗੱਲ ਨਹੀਂ, ਆਪਾਂ ਗੱਲ ਕਰਦੇ ਹਾਂ, ਬੈਠੋ। ਉਹ ਚਾਹ ਮੰਗਾਉਂਦੇ ਆ ਅਤੇ ਕਹਿੰਦੇ ਨਾਲੇ ਆਪਾਂ ਚਾਹ ਪੀਂਦੇ ਹਾਂ, ਨਾਲੇ ਆਪਾਂ ਗੱਲ ਕਰਦੇ ਹਾਂ। ਔਰ ਦੋਨੋਂ ਹੀ ਕੱਪ ਜਿਹੜੇ ਆ ਉਹ ਮੂਧੇ ਪਏ ਹੋਏ ਆ, ਉਲਟੇ ਪਏ ਹੋਏ ਆ। ਅਤੇ ਜਿਹੜੇ ਉਹ ਜ਼ੈਨ ਮਾਸਟਰ ਹੈ ਉਹ ਕੀ ਕਰਦੇ ਆ ਕਿ ਉਹ ਚੁੱਕ ਕੇ ਅਤੇ ਮੂਧੇ ਕੱਪ ਦੇ ਉੱਤੇ ਜਿਹੜਾ ਆਪਾਂ ਚਾਹ ਪਾਉਣੀ ਸ਼ੁਰੂ ਕਰ ਦਿੰਦੇ ਆ। ਜਿਹੜਾ ਅੱਜ ਪਹਿਲੀ ਵਾਰੀ ਆਇਆ ਸੀ ਔਰ ਉਹ ਸ਼ਿਸ਼ ਹੋ ਗਿਆ, ਉਹ ਬਸ ਬੈਠਾ ਹੱਥ ਜੋੜ ਕੇ ਦੇਖ ਰਿਹਾ। ਜਿਹੜਾ ਦੂਸਰਾ ਸੀਗਾ ਉਹ ਇੱਕਦਮ ਬੋਲਦਾ ਕਿ ਤੁਹਾਨੂੰ ਕੀ ਹੋ ਗਿਆ, ਤੁਹਾਡਾ ਦਿਮਾਗ ਠੀਕ ਹੈ, ਤੁਸੀਂ ਇਹਨੂੰ ਉਲਟੇ ਕੱਪ ਦੇ ਵਿੱਚ ਹੀ ਪਾਈ ਜਾਂਦੇ ਆ। ਤਾਂ ਉਹ ਕਹਿੰਦੇ ਕਿ ਬਸ ਇਸੇ ਕਰਕੇ ਅਜੇ ਤੂੰ ਸ਼ਿਸ਼ ਬਣਨ ਦੇ ਯੋਗ ਨਹੀਂ, ਕਿਉਂਕਿ ਤੈਨੂੰ ਅਜੇ ਵੀ ਮੇਰੇ 'ਤੇ ਕਿੰਤੂ ਪਰੰਤੂ ਹੈ। ਹੁਣ ਇਹ ਜਿਹੜੀ ਕਹਾਣੀ ਸੁਣਾਉਣ ਦਾ ਮਤਲਬ ਮੇਰਾ ਇਹ ਨਹੀਂ ਹੈ ਤੁਹਾਨੂੰ ਕਿ ਮੈਂ ਤੁਹਾਨੂੰ ਇਹ ਕਹਿ ਰਹੀ ਹਾਂ ਕਿ ਅੰਨੇ ਹੋ ਜਾਓ ਔਰ ਜੋ ਕੁਛ ਇਰਰੈਸ਼ਨਲੀ ਜੋ ਕੁਛ ਵੀ ਹੈ ਉਹ ਅੰਨੀ ਭਗਤੀ ਦੇ ਵਿੱਚ ਆਪਾਂ ਵੜ ਜਾਈਏ, ਇਰਰੈਸ਼ਨਲ ਹੋ ਜਾਈਏ। ਨਹੀਂ, ਬਿਲਕੁਲ ਨਹੀਂ। ਰੈਸ਼ਨੈਲਿਟੀ ਹੀ ਸਿੱਖੀ ਦਾ ਜਿਹੜਾ ਉਹ ਮੂਲ ਆਧਾਰ ਹੈ। ਤੁਸੀਂ ਜਦ ਤੱਕ ਸਵਾਲ ਨਹੀਂ ਕਰਦੇ, ਕਿਉਂਕਿ ਸਾਡੇ ਤੇ ਗੁਰੂ ਨਾਨਕ ਪਾਤਸ਼ਾਹ ਸਾਨੂੰ ਸਿੱਧ ਗੋਸ਼ਟੀ 'ਚ ਬਕਾਇਦਾ ਇਹ ਗੱਲ ਸਮਝਾ ਜਾਂਦੇ ਆ ਕਿ ਸਵਾਲ ਜਵਾਬ ਦਾ ਮਹੱਤਵ ਕੀ ਆ। ਸੋ ਸਵਾਲ ਜਵਾਬ ਕਰਨੇ ਠੀਕ ਆ, ਪਰ ਇੱਕ ਵਾਰੀ ਜਦੋਂ ਅਸੀਂ ਸਵਾਲ ਜਵਾਬ ਤੋਂ ਬਾਅਦ, ਜਦੋਂ ਅਸੀਂ ਆਪਣੀ ਬੁੱਧੀ ਦਾ ਚਿੰਤਨ ਮਨਨ ਕਰਨ ਤੋਂ ਬਾਅਦ ਮੰਨ ਲਿਆ ਕਿ ਮੇਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ, ਉਸ ਤੋਂ ਬਾਅਦ ਸਾਡੇ 'ਚ ਸਵਾਲ ਨਹੀਂ ਹੋਣੇ ਚਾਹੀਦੇ। ਗੁਰੂ ਮੰਨਣ ਤੋਂ ਪਹਿਲਾਂ ਤੁਸੀਂ ਜਿੰਨੇ ਵੀ ਸਵਾਲ ਕੀਤੇ ਆ ਉਹ ਤੁਹਾਡੀ ਮਰਜ਼ੀ ਆ, ਉਹ ਕਰ ਸਕਦੇ ਆ। ਪਰ ਇੱਕ ਵਾਰੀ ਗੁਰੂ ਦੀ ਤੁਸੀਂ ਸ਼ਰਨ ਚਲੇ ਗਏ, ਗੁਰੂ ਪਾਤਸ਼ਾਹ ਨੂੰ ਤੁਸੀਂ ਮੱਥਾ ਟੇਕ ਲਿਆ, ਕਹਿ ਦਿੱਤਾ ਕਿ ਮੇਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ, ਉਸ ਤੋਂ ਬਾਅਦ ਸਵਾਲ ਨਹੀਂ ਹੋਣੇ ਚਾਹੀਦੇ। ਔਰ ਅਗਰ ਹੁੰਦੇ ਆ ਤਾਂ ਫਿਰ ਹਜੇ ਅਸੀਂ ਕੱਚੇ ਹਾਂ। ਹੁਣ ਇਹ ਜਿਹੜੀ ਗੱਲ ਹੈ ਨਾ, ਜਿਹੜੀ ਧਰਮ ਦੀ ਗੱਲ ਹੈ, ਗੁਰੂ ਨਾਨਕ ਪਾਤਸ਼ਾਹ
ਸਾਨੂੰ ਜਿਹੜੇ ਧਰਮ ਦੇ ਨਿਯਮਾਂ ਦੇ ਉੱਤੇ ਚੱਲਣ ਨੂੰ ਕਹਿੰਦੇ ਨੇ, ਉਹ ਬੇਸਿਕਲੀ ਸਾਡੇ ਸਰੀਰ ਰੂਪੀ ਜਿਹੜਾ ਕਰਮ ਭੂਮੀਆਂ ਨੂੰ ਤਿਆਰ ਕਰਦੇ ਨੇ ਉਸ ਨਦਰ ਵਾਸਤੇ, ਜਿਹਦੇ ਬਾਰੇ ਉਹ ਕਹਿੰਦੇ ਨੇ ਕਿ ਨਦਰ ਕਰੇ ਤਾਂ ਸਿਮਰਿਆ ਜਾਏ। ਉਸ ਪਰਮਾਤਮਾ ਦੀ ਨਦਰ ਸਾਡੇ ਇਸ ਸਰੀਰ ਰੂਪੀ ਕਰਮ ਭੂਮੀ ਦੇ ਉੱਤੇ ਹੋਵੇ, ਉਹਦੇ ਲਈ ਉਹ ਤਿਆਰ ਕਰਦੇ ਨੇ ਸਾਡੀ ਆਤਮਾ ਨੂੰ। ਕਿਉਂਕਿ ਜੋ ਅਸੀਂ ਕਰਮ ਕਰਾਂਗੇ ਨਾ, ਜਿਹੜੇ ਕਿ ਸਾਡਾ ਧਰਮ ਨੇ, ਜੋ ਅਸੀਂ ਕਰਮ ਕਰਾਂਗੇ ਉਹ ਸਾਨੂੰ ਸਪਿਰਿਚੁਅਲੀ ਤਿਆਰ ਕਰਨਗੇ ਉਸ ਪਰਮਾਤਮਾ ਦੇ ਲੜ ਲੱਗਣ ਲਈ। ਸੋ ਜਿਹੜੀ ਸਪਿਰਿਚੁਅਲਿਟੀ ਹੈ ਉਹ ਸੈਕਿੰਡ ਸਟੈਪ ਹੈ ਧਰਮ ਤੋਂ। ਪਹਿਲਾਂ ਅਸੀਂ ਧਰਮ ਦੇ ਵਿੱਚ ਹੋਵਾਂਗੇ, ਸਾਡੀ ਬੋਡੀ, ਸਾਡਾ ਮਾਈਂਡ ਉਸ ਪਰਮਾਤਮਾ ਨੂੰ ਹਮੇਸ਼ਾ ਹਾਜ਼ਰ ਨਾਜ਼ਰ ਜਾਣ ਕੇ ਕੰਮ ਕਰਦਾ ਰਹੂਗਾ। ਉਸ ਤੋਂ ਬਾਅਦ ਜਦੋਂ ਤਿਆਰ ਹੋ ਗਿਆ, ਫਿਰ ਉਸ ਗੁਰੂ ਪਾਤਸ਼ਾਹ ਨੇ ਸਾਨੂੰ ਆਪਣੇ ਆਪ ਆਪਣੇ ਲੜ ਲਾ ਲੈਣਾ। ਸੋ ਸਾਨੂੰ ਇਹ ਅੰਡਰਸਟੈਂਡ ਕਰਨਾ ਪਊਗਾ, ਵੀ ਨੀਡ ਟੂ ਅੰਡਰਸਟੈਂਡ ਦਿਸ ਕਿ ਦੇयर ਇਜ਼ ਅ ਡਿਫਰੈਂਸ। ਸਪਿਰਿਚੁਅਲਿਟੀ ਔਰ ਰਿਲੀਜਨ ਦੇ ਵਿੱਚ ਇੱਕ ਡਿਫਰੈਂਸ ਹੈ, ਔਰ ਸਾਨੂੰ ਇਹ ਬੜਾ ਕਲੀਅਰ ਦੇਖਣਾ ਪਊਗਾ। ਔਰ ਡਿਫਰੈਂਸ ਹੁੰਦੇ ਹੋਏ ਵੀ ਇੱਕ ਜਗ੍ਹਾ ਦੇ ਉੱਤੇ ਜਾ ਕੇ ਦੋਨੋਂ ਇਕੱਠੇ ਰਲ ਜਾਂਦੇ ਨੇ, ਪਰ ਸਾਨੂੰ ਪਹਿਲਾਂ ਸਮਝਣਾ ਪਊਗਾ ਕਿ ਡਿਫਰੈਂਸ ਕੀ ਆ। ਅਗਰ ਨਹੀਂ ਸਮਝਾਂਗੇ ਨਾ, ਫਿਰ ਅਸੀਂ ਉਲਝਦੇ ਜਾਵਾਂਗੇ। ਫਿਰ ਜਿਹੜੇ ਸਵਾਲ ਚੱਲਦੇ ਨੇ ਕਿ ਸਿੱਖ ਤਾਂ ਕੋਈ ਰਿਲੀਜਨ ਹੀ ਨਹੀਂ ਆ ਜੀ, ਸਿੱਖ ਤਾਂ ਕੋਈ ਇਹ ਵੀ, ਫਿਰ ਉਹਨਾਂ ਸਵਾਲਾਂ 'ਚ ਅਸੀਂ ਉਲਝਦੇ ਜਾਵਾਂਗੇ ਜੇ ਅਸੀਂ ਇਹਨਾਂ ਨੂੰ ਸਟੈਪ ਬਾਏ ਸਟੈਪ ਨਹੀਂ ਸਮਝਦੇ। ਤੇ ਸਪਿਰਿਚੁਅਲਿਟੀ ਕੀ ਹੈ, ਮੈਂ ਇਹਨਾਂ ਆਖਰੀ ਬਸ 2-3 ਮਿੰਟ ਦੇ ਵਿੱਚ ਆਪਣੀ ਇਹ ਗੱਲ ਮੈਂ ਸਮਾਪਤ ਕਰ ਦੂੰਗੀ। ਸਪਿਰਿਚੁਅਲਿਟੀ ਕੀ ਹੈ? ਆਤਮ ਦਿਓ ਪੂਜੀਐ ਗੁਰ ਕੇ ਸਹਿਜ ਸੁਭਾਏ, ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ। ਇਹ ਗੁਰੂ, ਜਦੋਂ ਆਪਾਂ ਸਪਿਰਿਚੁਅਲਿਟੀ ਦੀ ਗੱਲ ਕਰਾਂਗੇ ਤਾਂ ਇਹ ਗੁਰੂ ਪਾਤਸ਼ਾਹ ਸਾਨੂੰ ਕਹਿੰਦੇ ਨੇ ਕਿ ਉਸ ਆਤਮਾ ਨੂੰ, ਉਸ ਪਰਮਾਤਮਾ ਨੂੰ ਹੀ ਪੂਜਿਆ, ਉਹੀ ਆਤਮ ਦਿਓ, ਉਹਨੂੰ ਪੂਜਿਆ, ਔਰ ਗੁਰੂ ਦੇ ਸਹਿਜ ਸੁਭਾਏ, ਗੁਰੂ ਦੀ ਕਿਰਪਾ ਦੇ ਨਾਲ ਅਸੀਂ ਉਹਨੂੰ ਪੂਜਿਆ। ਹੁਣ ਆਤਮੇ ਨੂੰ ਆਤਮਾ, ਕਿ ਇਸ ਆਤਮਾ ਨੂੰ ਉਹ ਆਤਮਾ ਜਦੋਂ ਮਿਲ ਗਈ ਤਾਂ ਫਿਰ ਦੁਵਿਧਾ ਦੂਰ ਹੋ ਜਾਂਦੀ ਹੈ, ਫਿਰ ਆਪਣੇ ਘਰ ਹੀ ਪਰਮਾਤਮਾ ਮਿਲ ਜਾਂਦਾ। ਘਰ ਮਤਲਬ ਇਸੇ ਬੋਡੀ ਵਿੱਚ ਜਾਂ ਇਸੇ ਜਗ੍ਹਾ ਦੇ ਉੱਤੇ ਬੈਠੇ, ਫਿਰ ਮੈਂ ਜਿੱਥੇ ਵੀ ਹਾਂ ਮੈਂ ਉਸ ਪਰਮਾਤਮਾ ਦੇ ਲੜ ਲੱਗੀ ਹੋਈ ਹਾਂ। ਫਿਰ ਮੈਨੂੰ ਕੋਈ ਸਪੈਸ਼ਲ ਕੰਮ ਕਰਨ ਦੀ ਲੋੜ ਨਹੀਂ, ਫਿਰ ਮੈਨੂੰ ਤੀਰਥ ਨਹਾਉਣ ਦੀ ਲੋੜ ਨਹੀਂ, ਫਿਰ ਮੈਨੂੰ ਹੋਰ ਕਿਸੇ ਤਰ੍ਹਾਂ ਦੇ ਕੋਈ ਕੰਮ ਕਰਨ ਦੀ ਲੋੜ ਨਹੀਂ। ਔਰ ਰਿਲੀਜੀਅਸ ਜਿਹੜੀ ਧਰਮ ਦੀ ਗੱਲ ਆ ਉਹ ਕੀ ਆ? ਜਾਤ ਜਨਮ ਨੈ ਪੁੱਛੀਏ, ਸੱਚ ਕਰ ਲਿਹ ਬਤਾਏ, ਸਾ ਜਾਤ ਸਾ ਪਤ ਹੈ ਜਿਹਾ ਕਰਮ ਕਮਾਏ। ਇਹ ਗੱਲ ਮੈਂ ਪਹਿਲਾਂ ਕਰ ਚੁੱਕੀ ਕਿ ਜਦੋਂ ਤੁਸੀਂ ਇੱਕ ਦੂਸਰੇ ਇਨਸਾਨ ਨੂੰ ਦੇਖਦੇ ਹੋ, ਕਿਸੇ ਮਨੁੱਖ ਨੂੰ ਦੇਖਦੇ ਹੋ, ਤਾਂ ਤੁਹਾਡੇ ਅੰਦਰ ਕਿਵੇਂ ਦੇ ਭਾਵ ਆਉਂਦੇ ਨੇ, ਉਹ ਧਰਮ ਹੈ। ਹੁਣ ਜੇ ਤੁਹਾਡੇ ਅੰਦਰ ਦਵੇਸ਼, ਨਫ਼ਰਤ, ਜਾਂ ਇਹ ਆਊਗਾ ਕਿ ਇਹ ਕਿੱਥੋਂ, ਇਹ ਤਾਂ ਛੋਟੀ ਜਾਤ ਹੈ, ਜਾਂ ਇਹ ਗਰੀਬ ਬੰਦਾ ਹੈ, ਜਾਂ ਇਹ ਮੇਰੇ ਬਰਾਬਰ ਦਾ ਨਹੀਂ, ਜੇ ਇਹੋ ਜਿਹੇ ਗੱਲ ਆਉਣਗੇ ਤਾਂ ਤੁਹਾਡੀ ਆਤਮਾ ਵੀ ਤਾਂ ਮੈਲੀ ਹੁੰਦੀ ਜਾਊਗੀ ਨਾ। ਔਰ ਐਸੀ ਆਤਮਾ ਦੇ ਉੱਤੇ ਪਰਮਾਤਮਾ ਕਦੀ ਵੀ ਨਦਰ ਨਹੀਂ ਕਰ ਸਕਦਾ। ਸੋ ਜਿਹੜਾ ਰਿਲੀਜਨ ਹੈ ਉਹ ਇੱਕ ਪਾਥ ਹੈ। ਰਿਲੀਜਨ ਤੋਂ ਮੇਰਾ ਅਗਲੀ ਵਾਰੀ ਆਪਾਂ ਇਹਦੇ ਬਾਰੇ ਵੀ ਡਿਸਕਸ਼ਨ ਕਰਾਂਗੇ ਕਿ ਇਹ ਅਸਲ 'ਚ ਜਿਹੜੇ ਸਾਨੂੰ ਕਨਫਿਊਜ਼ਨਸ ਨੇ ਹੈ ਕਿਉਂ ਆ, ਇਹਦੇ ਬਾਰੇ ਵੀ ਆਪਾਂ ਡਿਸਕਸ਼ਨ ਕਰਾਂਗੇ। ਜੋ ਧਰਮ ਹੈ ਉਹ ਇਸ ਬੋਡੀ ਨੂੰ, ਇਸ ਮਨ ਨੂੰ ਤਿਆਰ ਕਰਦਾ ਆ ਉਸ ਪਰਮਾਤਮਾ ਦੇ ਨਾਲ ਮਿਲਣ ਦੇ ਲਈ, ਅਧਿਆਤਮ ਦੇ ਵਾਸਤੇ ਤਿਆਰ ਕਰਦਾ ਆ। ਅੱਜ ਦੀਆਂ ਮੇਰੀਆਂ ਇੰਨੀਆਂ ਜਿਹੜੀਆਂ ਬੇਨਤੀਆਂ ਨੇ ਉਹ ਪ੍ਰਵਾਨ ਕਰੋ ਜੀ, ਕਿਉਂਕਿ ਸਮਾਂ ਆਲਰੇਡੀ ਮੈਂ ਜ਼ਿਆਦਾ ਲੈ ਚੁੱਕੀ ਹਾਂ। ਅਗਲੇ ਐਪੀਸੋਡ ਦੇ ਵਿੱਚ ਆਪਾਂ ਇੱਥੋਂ ਹੀ ਅੱਗੇ ਗੱਲ ਤੋਰਾਂਗੇ ਸਪਿਰਿਚੁਅਲਿਟੀ ਅਤੇ ਰਿਲੀਜਨ ਦੇ ਜਿਹੜੇ ਡਿਫਰੈਂਸਿਸ ਨੇ, ਯਾਨੀ ਕਿ ਅਧਿਆਤਮ ਅਤੇ ਧਰਮ ਦੇ ਜਿਹੜੇ ਡਿਫਰੈਂਸਿਸ ਨੇ, ਔਰ ਇਹ ਕਿੱਥੇ ਜਾ ਕੇ ਇਕੱਠੇ ਹੁੰਦੇ ਨੇ, ਸਿੱਖੀ ਇਹਨਾਂ ਬਾਰੇ ਕੀ ਕਹਿੰਦੀ ਆ, ਕਿਸ ਤਰੀਕੇ ਨਾਲ ਆਪਾਂ ਸਮਝ ਸਕਦੇ ਹਾਂ, ਇਹਦੇ ਬਾਰੇ ਆਪਾਂ ਅਗਲੇ ਐਪੀਸੋਡ ਦੇ ਵਿੱਚ ਗੱਲ ਕਰਾਂਗੇ। ਅੱਜ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਮੈਨੂੰ ਜ਼ਰੂਰ ਲਿਖਦੇ ਰਿਹਾ ਕਰੋ, ਦੱਸਦੇ ਰਿਹਾ ਕਰੋ ਕਿ ਮੈਂ ਕਿੱਥੇ ਕੀ ਗਲਤੀ ਕਰ ਰਹੀ ਹਾਂ। ਸ਼ਾਬਾਸ਼ ਦੀਆਂ ਤੁਹਾਡੀਆਂ ਈਮੇਲਸ ਆਉਂਦੀਆਂ ਨੇ, ਮੈਂ ਬਹੁਤ ਆਭਾਰੀ ਹਾਂ ਉਹਨਾਂ ਦੀ, ਪਰ ਮੈਨੂੰ ਇਹ ਵੀ ਜ਼ਰੂਰ ਦੱਸਿਆ ਕਰੋ ਕਿ ਮੈਂ ਗਲਤ ਕਿੱਥੇ ਹਾਂ। ਕਿਉਂਕਿ ਜਿਹੜਾ ਬੰਦਾ ਇਹ ਸੋਚਣ ਲੱਗ ਜਾਏ ਨਾ ਕਿ ਮੈਂ ਬਿਲਕੁਲ ਪਰਫੈਕਟ ਹੋ ਗਿਆ ਜਾਂ ਮੇਰੇ 'ਚ ਤਾਂ ਕੋਈ ਗਲਤੀ ਨਹੀਂ, ਉਹ ਆਪਣੀਆਂ ਇੰਪਰੂਵਮੈਂਟ ਦੇ ਦਰਵਾਜ਼ੇ ਬੰਦ ਕਰ ਲੈਂਦਾ। ਮੈਂ ਉਹ ਦਰਵਾਜ਼ੇ ਕਦੀ ਬੰਦ ਨਹੀਂ ਕਰਨਾ ਚਾਹੁੰਦੀ। ਸੋ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਇਹ ਬੇਨਤੀ ਹੈ ਕਿ ਮੈਨੂੰ ਜ਼ਰੂਰ ਲਿਖ ਕੇ ਦੱਸਿਆ ਕਰੋ ਕਿ ਮੈਂ ਗਲਤੀ ਕਿੱਥੇ ਕਰ ਰਹੀ ਹਾਂ, ਤਾਂ ਕਿ ਮੈਂ ਅਗਲੀ ਵਾਰੀ ਹੋਰ ਇੰਪਰੂਵ ਕਰਕੇ ਆਪਣੀ ਉਸ ਗਲਤੀ ਦੇ ਉੱਤੇ ਕੰਮ ਕਰਨ ਦੀ ਕੋਸ਼ਿਸ਼ ਕਰ ਸਕਾਂ। ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।